ਵਾਹਿਗੁਰੂ ਜੀ ਮੰਨੈ ਸੁਰਤ ਹੋਵੇ ਮਨ ਬੁੱਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਪਿੱਛੇ 12 ਪੌੜੀਆਂ ਹੋ ਚੁੱਕੀਆਂ ਜਪਜੀ ਸਾਹਿਬ ਦੀਆਂ। ਹੁਣ 13ਵੀਂ ਪੌੜੀ ਤੋਂ ਅੱਜ ਦੀ ਇਹ ਵਿਚਾਰ ਕਥਾ ਆਰੰਭ ਹੁੰਦੀ ਹੈ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ। ਵਾਹਿਗੁਰੂ ਜੀ ਮੰਨੈ ਸੁਰਤ ਹੋਵੇ ਮਨ ਬੁੱਧ। ਸਿੱਧਾਂ ਨੇ ਗਰੀਬ ਨਿਵਾਜ ਸਤਿਗੁਰੂ ਨੂੰ ਉੱਤਰ ਪ੍ਰਸ਼ਨ ਕਰਦਿਆਂ ਹੋਇਆਂ ਤੇ ਵਿਚਾਰ ਇੱਥੇ ਪਹੁੰਚੀ ਹੈ। ਇਹ ਸਰਵਣ ਦੀਆਂ 4 ਪੌੜੀਆਂ ਤੋਂ ਬਾਅਦ ਮਹਾਰਾਜ ਤੁਸੀਂ ਮੰਨਣ ਬਾਰੇ ਕਹੋ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮੰਨਣ ਦੀ ਵਿਚਾਰ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਵੀ ਤੁਹਾਡੇ ਕਹਿਣ ਦੇ ਅਨੁਸਾਰ ਸੰਪੂਰਨ ਕਥਾ ਤਾਂ ਮੰਨਣ ਵਾਲਿਆਂ ਦੀ ਨਹੀਂ ਕਹੀ ਜਾ ਸਕਦੀ, ਪਰ ਆਪ ਕਿਰਪਾ ਕਰੋ ਇਹ ਉਨੀ ਤਾਂ ਦੱਸੋ ਜਿੰਨੀ ਕਿ ਸਾਡੀ ਸੁਰਤ ਵਿੱਚ ਘਰ ਕਰ ਜਾਏ। ਮਹਾਰਾਜ ਕਹਿੰਦੇ ਮੰਨੈ ਸੁਰਤ ਹੋਵੇ ਮਨ ਬੁੱਧ। ਉਹਨਾਂ ਦੀ ਸੁਰਤ ਕਹਿਣ ਤੋਂ ਉੱਥੋਂ ਹੀ ਮਹਾਰਾਜ ਨੇ ਵਿਚਾਰ ਕਹਿੰਦੇ ਸਿੱਧੋ, ਜੇ ਕਿਤੇ ਉਸ ਵਾਹਿਗੁਰੂ ਦਾ ਨਾਮ ਜਿਹੜਾ ਮੰਨਣ ਵਿੱਚ ਲੈ ਆਈਏ, ਜਾਂ ਜਿਨ੍ਹਾਂ ਨੇ ਵੀ ਮੰਨਣ ਵਿੱਚ ਲਿਆਂਦਾ ਹੈ, ਤੇ ਉਹ ਮਨ ਦੇ ਅੰਦਰ ਅਤੇ ਬੁੱਧ ਕਹੀਏ ਮਤ ਦੇ ਅੰਦਰ ਉਸ ਪਰਮਾਤਮਾ ਦੀ ਸੁਰਤ ਨਾਮ ਗਿਆਨ ਵੀ ਹੁੰਦਾ ਹੈ, ਗਿਆਤ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ। ਉਸ ਵਾਹਿਗੁਰੂ ਦਾ ਨਾਮ ਮੰਨੇ ਮੰਨਣ ਕਰਨ ਦੇ ਨਾਲ ਮਨ ਤੋਂ ਭਾਵ ਹੈ ਹਿਰਦਾ, ਅੰਤਸ਼ਕਰਨ। ਇਹਦੇ ਵਿੱਚ ਬੁੱਧ, ਇਹਦੇ ਅੰਦਰ ਅੰਤਸ਼ਕਰਨ ਦੇ ਸੁਰਤ ਸ੍ਰੇਸ਼ਟ ਚੇਤਨ ਜੋ ਵਾਹਿਗੁਰੂ ਹੈ ਉਹਦੇ ਸਰੂਪ ਦਾ ਸਖਿਆਤਕਾਰ ਹੋ ਜਾਂਦਾ ਹੈ। ਮੰਨੇ ਸੁਰਤ ਹੋਵੇ ਮਨ ਬੁੱਧ। ਉਸ ਵਾਹਿਗੁਰੂ ਦੇ ਨਾਮ ਦਾ ਮੰਨੇ ਮੰਨਣ ਕਰਨ ਦੇ ਨਾਲ ਮਨ ਅਤੇ ਬੁੱਧ ਸੁਰਤ ਗਿਆਤ ਜਾਂ ਸ੍ਰੇਸ਼ਟ ਪ੍ਰੀਤੀ ਵਾਹਿਗੁਰੂ ਵਾਲੀ ਹੋ ਜਾਂਦੀ ਹੈ, ਉਹਦੇ ਚ ਰਤੀ ਜਾਂਦੀ ਹੈ। ਸੋ ਜਮਾ ਰਤ, ਰਤ ਨਾਮ ਪ੍ਰੀਤੀ ਦਾ ਹੁੰਦਾ, ਸੋ ਨਾਮ ਸ੍ਰੇਸ਼ਟ ਦਾ। ਉਸ ਵਾਹਿਗੁਰੂ ਦੇ ਨਾਮ ਦੇ ਮੰਨਣ ਕੀਏ ਮੰਨਣ ਕਰਨ ਦੇ ਨਾਲ ਮਨ ਹਿਰਦੇ ਦੇ ਵਿੱਚ ਅਤੇ ਬੁੱਧ ਮਤ ਦੇ ਵਿੱਚ ਸੁਰਤ ਵੇਦ ਸੁਰਤੀਆਂ ਦਾ ਭਾਵ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਗਿਆਨ ਸੁਤੇ ਸਿੱਧੀ ਆ ਜਾਂਦਾ ਹੈ। ਵੇਦਾਂ ਵੇਦ ਸੁਰਤੀਆਂ ਆਪਣੇ ਆਪ ਉਤਰਨ ਲੱਗ ਜਾਂਦੀਆਂ। ਇਹ ਬ੍ਰਹਮ ਵੇਤੀ ਦੀ ਅਵਸਥਾ ਹੋ ਜਾਂਦੀ ਹੈ। ਉਸ ਵਾਹਿਗੁਰੂ ਦੇ ਨਾਮ ਦੇ ਮੰਨੇ ਮੰਨਣ ਕਰਨ ਦੇ ਨਾਲ ਸੁਰਤ ਚਿੱਤ ਦੇ ਵਿੱਚ ਚੇਤੇ ਕਰਨ ਵਾਲਾ ਜਿਹੜਾ ਮਨ ਹੈ ਹਿਰਦਾ, ਉਹ ਪ੍ਰਭੂ ਦੇ ਨਾਮ ਨੂੰ ਮਨ ਮੰਨਣ ਵਾਲਾ ਅਤੇ ਬੁੱਧ ਪ੍ਰਭੂ ਦੇ ਉੱਤੇ ਨਿਸ਼ਚਾ ਕਰਨ ਵਾਲੀ ਆਤਮ ਵਿਸ਼ੈਣੀ ਹੋ ਜਾਂਦੀ ਹੈ। ਮੰਨੇ ਸੁਰਤ ਹੋਵੇ ਮਨ ਬੁੱਧ। ਉਸ ਵਾਹਿਗੁਰੂ ਦਾ ਨਾਮ ਮੰਨੇ ਮੰਨਣ ਕਰਨ ਦੇ ਨਾਲ ਗੁਰਮੁਖਾਂ ਦੇ ਮਨ ਹਿਰਦੇ ਦੇ ਅੰਦਰ ਬੁੱਧ ਬੋਧ ਭਾਵ ਗਿਆਨ ਸਰੂਪ ਦੀ ਸਾਰੀ ਸੁਰਤ ਗਿਆਤ ਹੋ ਜਾਂਦੀ ਹੈ। ਮੰਨੇ ਸੁਰਤ ਹੋਵੇ ਮਨ ਬੁੱਧ। ਉਸ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨ ਦੇ ਨਾਲ ਮਨ ਅੰਤਸ਼ਕਰਨ ਜਿਹੜਾ ਫੁਰਨਿਆਂ ਨੂੰ ਹਰਵਤ ਕਰਦੇ ਰਹਿੰਦਾ, ਉਹਨਾਂ ਵੱਲੋਂ ਤੇ ਰੋਕਣ ਦੀ ਸ਼ਬਦ ਦੇ ਸੁਰਤ ਸੁਰਤੀ ਜੋੜਨ ਦੀ ਬੁੱਧ ਬੁੱਧੀ ਟਿਕਾਉ ਵਾਲੀ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰਮਤਿ ਮਤ ਅਚਲ ਹੈ, ਇਹ ਮਤ ਪ੍ਰਾਪਤ ਹੋ ਜਾਂਦੀ ਹੈ। ਚਲਾਏ ਨਾ ਸਕੇ ਕੋਈ, ਫਿਰ ਕੋਈ ਵਿਸ਼ੇ ਵਿਕਾਰ ਜਾਂ ਹੋਰ ਫੁਰਨੇ ਉਹਦੇ ਮਨ ਨੂੰ ਚਲਾ ਨਹੀਂ ਸਕਣਗੇ। ਉਸ ਵਾਹਿਗੁਰੂ ਦੇ ਨਾਮ ਨੂੰ ਮੰਨੇ ਸੁਰਤ ਹੋਵੇ ਮਨ ਬੁੱਧ। ਮੰਨੇ ਮੰਨਣ ਕਰਨ ਦੇ ਨਾਲ ਸੁਰਤ ਸੋ ਜਮਾ ਰਤ, ਸੋ ਸ੍ਰੇਸ਼ਟ ਪਰਮਾਤਮਾ ਵਿੱਚ ਰਤ ਪ੍ਰੀਤੀ ਮਨ ਚਿੱਤ ਜਿਹੜਾ ਸੰਕਲਪ ਵਿਕਲਪ ਕਰਦਾ ਰਹਿੰਦਾ, ਇਹਦਾ ਅਭਾਵ ਬੁੱਧ ਆਤਮ ਵਿਸ਼ਾਣੀ, ਇਹ 3 ਗੁਣ ਪ੍ਰਾਪਤ ਹੋ ਜਾਂਦੇ। ਇਹ ਮੰਨਣ ਦਾ ਪ੍ਰਤਾਪ ਹੈ। ਇਸ ਕਰਕੇ ਫਰਮਾਇਆ ਹੈ ਜੀ ਮੰਨੈ ਸਗਲ ਪਵਨ ਕੀ ਸੁਧ। ਫਿਰ ਉਸ ਵਾਹਿਗੁਰੂ ਦੇ ਨਾਮ ਦਾ ਮੰਨੇ ਮੰਨਣ ਕਰਕੇ
ਸਗਲ ਦਾ ਅਰਥ ਹੈ ਸਾਰੇ, ਸਮੂਹ। ਤੇ ਭਵਨਾਂ ਦੀ, ਜਿੱਥੇ ਤੱਕ ਜਿਵੇਂ 14 ਭਵਨ, 14 ਕਿਸਮ ਦੇ ਲੋਕ ਜਿੱਥੇ ਲੋਕਾਂ ਦਾ ਵਸ ਹੈ, ਤੇ ਉਹਨਾਂ ਦੀ, ਜਾਂ ਫਿਰ ਸਾਰੇ ਧਰਮਾਂ ਦੇ ਸੁੱਧ ਕਹੀਏ ਸੋਝੀ, ਅੰਤਰਜਾਮਤਾ, ਇਹ ਪ੍ਰਾਪਤ ਹੋ ਜਾਂਦੀ ਹੈ। ਜਿਸ ਕਰਕੇ ਉਹ ਬ੍ਰਹਮ ਵੇਤਿਆਂ ਦੀ ਬਾਤ ਇਤਿਹਾਸ ਵਿੱਚ, ਪੁਰਾਣਾਂ ਵਿੱਚ, ਸਾਖੀਆਂ ਵਿੱਚ, ਸਾਰਿਆਂ ਧਰਮਾਂ ਦੇ ਵਿੱਚ ਇਹ ਜਿਹੇ ਦਰਵੇਸ਼, ਮੁਸਲਮਾਨਾਂ 'ਚ ਵੀ ਹੋਏ, ਹਿੰਦੂ ਧਰਮ 'ਚ ਵੀ ਇਹੋ ਜਿਹੇ ਮਹਾਂਪੁਰਸ਼ ਹੋਏ, ਸਾਡੇ ਸਿੱਖ ਜਗਤ ਦੇ ਵਿੱਚ ਵੀ ਭਾਈ ਰਾਮ ਕੌਰ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ-ਵੰਸ ਹੈ, ਖੁਦ ਬਾਬਾ ਬੁੱਢਾ ਸਾਹਿਬ ਜੀ, ਇਹ ਅੰਤਰਜਾਮਤਾ ਉਹਨਾਂ ਨੂੰ ਫਿਰ ਹੋ ਜਾਂਦੀ ਹੈ। ਉਹਨਾਂ ਨੂੰ ਸਾਰੇ ਭਵਨਾਂ ਦੀ ਸੁੱਧ ਗਿਆਤ ਹੋ ਜਾਂਦੀ ਹੈ, ਕਿੱਥੇ ਕੀ ਹੋ ਰਿਹਾ ਹੈ। ਉਹਨਾਂ ਦੇ ਅੰਦਰ ਇਹ ਅੰਤਰਜਾਮਤਾ ਦੀ ਸ਼ਕਤੀ ਮੰਨਣ ਕਰਨ ਦੇ ਨਾਲ ਹੁੰਦੀ। ਬਾਬਾ ਬੁੱਢਾ ਸਾਹਿਬ ਦਾ ਇਤਿਹਾਸ ਵੀ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰ ਦੀਆਂ 12 ਸਾਲ ਗਾਗਰਾਂ ਢੋ ਕੇ ਬੜਾ ਕਸ਼ਟ ਸਹਾਰਦੇ ਹੋਏ 70 ਵਰ੍ਹਿਆਂ ਦੀ ਉਮਰ ਦੇ ਵਿੱਚ ਗਾਗਰਾਂ ਚੁੱਕੀਆਂ, 71ਵਾਂ ਸਾਲ ਲੱਗਿਆ ਹੋਇਆ ਸੀ, 12 ਸਾਲ ਗਾਗਰਾਂ ਢੋਈਆਂ, 72 ਵਰ੍ਹੇ ਦੀ ਉਮਰ ਤੱਕ ਉਹ ਕਸ਼ਟ ਸਹਾਰੇ ਬਿਆਸਾ ਤੋਂ ਪਾਣੀ ਭਰ ਕੇ ਲੈ ਕੇ ਆਉਣਾ, ਅੱਧੀ ਰਾਤ ਉੱਠਣਾ, ਠੇਡੇ ਲਾ ਕੇ ਕੁੰਭਲ 'ਚ ਡਿੱਗਣਾ, ਜਲਾਹੇ ਨੇ ਮਾੜੇ ਬੋਲ ਬੋਲਣੇ, ਸੁਤੇ ਸਿੱਧ ਬਚਨ ਕਿਹਾ ਕਮਲੀਏ ਹੁਣ ਤਾਂ ਮੈਂ ਗੁਰੂ ਵਾਲਾ, ਕਮਲੀ ਹੋ ਗਈ। ਇਹ ਸਾਰੇ ਕੌਤਕ ਹੁੰਦੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਜੀ ਨੇ ਆਪਣੇ ਥਾਂ ਤੇ ਗੁਰਤਾ ਗੱਦੀ ਬਖਸ਼ ਦਿੱਤੀ। ਤੇ ਉਹਨਾਂ ਦੇ 2 ਪੁੱਤਰ ਸੀ ਗੁਰੂ ਅੰਗਦ ਸਾਹਿਬ ਦੇ, 2 ਬੇਟੀਆਂ ਸੀ। ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਤੇ ਜਿਸ ਪ੍ਰਕਾਰ ਫਿਰ ਉਹ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ 2 ਪੁੱਤਰ ਸੀ। ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡੇ ਪੁੱਤਰ ਦੇ ਬਹੁਤੀ ਈਰਖਾ ਆ ਗਈ ਕਿ ਮੈਨੂੰ ਛੱਡ ਕੇ ਗੁਰਤਾ ਗੱਦੀ ਮੇਰੇ ਪਿਤਾ ਨੇ ਇਹਨਾਂ ਨੂੰ ਦੇ ਦਿੱਤੀ। ਉਹ ਬੜੀ ਈਰਖਾ ਕਰਦਾ ਸੀ। ਗੁਰੂ ਅੰਗਦ ਦੇਵ ਜੀ ਤਾਂ ਜੋਤੀ ਜੋਤ ਸਮਾ ਗਏ ਤੇ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਗੋਇੰਦਵਾਲ ਸਾਹਿਬ ਨਿਵਾਸ ਹੈ। ਗੋਇੰਦਵਾਲ ਸਾਹਿਬ ਤੇ ਖੰਡੂਰ ਸਾਹਿਬ ਦਾ ਕੋਈ ਬਹੁਤਾ ਜ਼ਿਆਦਾ ਤਾਂ ਹੈ ਨਹੀਂ ਅੰਤਰ। ਉੱਥੇ ਗੁਰੂ ਕੀ ਸੰਤਾਨ ਬਾਬਾ ਦਾਤੂ ਦਾਸੂ ਜੀ ਰਹਿ ਰਹੇ। ਈਰਖਾ ਦੇ ਵਿੱਚ ਸਹਿਣ ਨਾ ਹੋਇਆ ਤੇ ਇੰਨੇ ਲੋਕ ਉਹਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਨੇ, ਅਸੀਂ ਖਾਲੀ ਰਹਿ ਗਏ, ਸਾਨੂੰ ਕੋਈ ਭੇਟਾ ਨਹੀਂ ਦਿੰਦਾ, ਕੋਈ ਮੰਨਦਾ ਨਹੀਂ, ਗੁਰੂ ਕੇ ਸਾਹਿਬਜ਼ਾਦੇ ਅਸੀਂ ਹਾਂ। ਤੇ ਇੱਕ ਦਿਨ ਚੱਲ ਪਏ। ਉਸ ਵੇਲੇ ਜਾ ਪਹੁੰਚੇ ਜਦੋਂ ਗੁਰੂ ਅਮਰਦਾਸ ਮਹਾਰਾਜ ਉਮਰ ਬਿਰਧ ਹੈ, ਸੁਤੇ ਸਿੱਧ ਆਪਣੀ ਸਮਾਧੀ ਦੇ ਵਿੱਚ, ਪਰ ਸੰਗਤ 'ਚ ਬੈਠੇ ਹਨ ਸਿੰਘਾਸਨ ਦੇ ਉੱਤੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਧਿਆਨ ਵਿੱਚ ਸੀ ਤੇ ਦਾਤੂ ਜੀ ਸਹਿਜ ਭਾਰ ਨਾਲ ਆ ਰਹੇ ਨੇ। ਉਹਨਾਂ ਦੇ ਪੈਰਾਂ ਦਾ ਖੜਾਕ, ਕਿਉਂਕਿ ਸੁਰਤ ਇੰਨੀ ਜੁੜੀ ਸੀ ਨਾਮ ਦੇ ਵਿੱਚ, ਗੁਰੂ ਅਮਰਦਾਸ ਮਹਾਰਾਜ ਨੂੰ ਆਉਣ ਜਾਣ ਵਾਲਿਆਂ ਦੇ ਵਿੱਚ ਸੁਰਤ ਉਧਰ ਨਹੀਂ ਸੀ, ਗੁਰੂ ਨਾਨਕ ਦੇ ਚਰਨਾਂ 'ਚ ਸੀ। ਤੇ ਸੰਗਤ ਵੀ ਬੜੀ ਹੈਰਾਨ ਸੀ, ਐਨੀ ਈਰਖਾ ਕਰਨ ਵਾਲਾ ਜੇ ਵੀ ਸੰਗਤ ਵਿੱਚ ਆ ਗਿਆ, ਕੀ ਪਤਾ ਸੀ ਕੀ ਬੁਰਾਈ ਹੈ। ਐਨ ਕੋਲ ਆ ਕੇ ਸਿੰਘਾਸਣ ਦੇ ਸੱਜਾ ਪੈਰ ਚੁੱਕਿਆ, ਐਡੀ ਜ਼ੋਰ ਦੀ ਹਿੱਕ 'ਚ ਲੱਤ ਮਾਰੀ ਮਹਾਰਾਜ ਦੇ, ਸਿੰਘਾਸਣ ਤੋਂ ਉਲਟਾ ਕੇ ਹੇਠਾਂ ਸੁੱਟ ਦਿੱਤਾ। ਅਤ ਦਰਜੇ ਦਾ ਅਪਮਾਨ ਸੀ। ਇੱਕ ਲਗਤ ਸੰਗਤ ਲਾਲਾ ਲਾਲਾ ਕੋਈ ਉੱਠ ਖੜੇ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਆਪ ਨੂੰ ਨਹੀਂ ਪਹਿਲਾਂ ਸੰਭਾਲਿਆ, ਸੰਗਤ ਨੂੰ ਸੰਭਾਲਿਆ। ਸੰਗਤ ਜੀ, ਜੇ ਕਿਸੇ ਨੇ ਮੰਦਾ ਸ਼ਬਦ ਵੀ ਕਿਹਾ ਮੇਰੇ ਗੁਰੂ ਦੇ ਪੁੱਤਰ ਨੂੰ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈ। ਸੰਗਤ ਸ਼ਾਂਤ ਹੋ ਗਈ।
ਆਪਣੇ ਆਪ ਨੂੰ ਸੰਭਾਲਿਆ। ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਦੇ ਚਰਨ ਫੜ ਕੇ ਦਾਤੂ ਦੇ ਕਹਿਣ ਲੱਗੇ, ਗੁਰੂ ਕੇ ਪੁੱਤਰਾ ਦੇਖੋ ਨਿਮਰਤਾ। ਹੈਰਾਨ ਹੋ ਜੀਦਾ, ਇੱਕ ਬਚਨ ਇੱਕ ਦੂਜੇ ਨੂੰ ਕਿਹਾ ਹੋਇਆ ਸਹਿਣ ਨਹੀਂ ਹੁੰਦਾ, ਸੂਲਾਂ ਦੀ ਤਰ੍ਹਾਂ ਚੁੱਭ ਜਾਂਦਾ ਸਾਨੂੰ। ਬਾਣੀ ਤਾਂ ਸਿੱਖੀ ਦੇ ਹੈ ਸਾਡੇ ਕੋਲ, ਸਿੱਖੀ ਨਹੀਂ ਹੈ ਸਾਡੇ ਕੋਲ। ਸਿੱਖ ਕਹਾਉਣਾ ਚਾਹੁੰਦੇ ਆ, ਸਿੱਖੀ ਦਾ ਘਰ ਦੂਰ ਹੈ। ਗੁਰੂ ਸਾਹਿਬਾਨਾਂ ਤੋਂ ਪੁੱਛੋ ਕਿਵੇਂ ਕਮਾਈ ਸਿੱਖੀ, ਉਹਨਾਂ ਸਤਿਪੁਰਸ਼ਾਂ ਤੇ ਪੁੱਛੋ। ਕਥਾ ਸੁਣਨ ਦਾ ਹੀ ਭਾਵ ਹੈ ਗੁਰੂ ਪਿਆਰਿਓ। ਜੇ ਤਾਂ ਕੋਈ ਅਸਰ ਕਥਾ ਦਾ ਹੋ ਗਿਆ, ਜੀਵਨ 'ਚ ਪਰਿਵਰਤਨ ਆ ਗਿਆ, ਸਮਝ ਲਓ ਠੀਕ ਹੈ, ਨਹੀਂ ਤਾਂ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਬੇਕਾਰ। ਸਭਾ ਦੇ ਵਿੱਚ ਮਾਨਣੀਏ ਪੁਰਸ਼ ਦਾ ਅਰਥ ਗੁਰੂ ਗੁਰਤਾ ਗੱਦੀ ਦੇ ਮਾਲਕ ਸੀ। ਐਦੋਂ ਵੱਡਾ ਅਪਮਾਨ ਕੀ ਹੋਊਗਾ ਭਾਈ। ਤੇ ਗਾਹਾਂ ਦੇਖੋ ਨਿਮਰਤਾ, ਚਰਨ ਫੜ ਕੇ ਕਹਿਣ ਲੱਗੇ, ਹੇ ਮੇਰੇ ਗੁਰੂ ਦੇ ਸਾਹਿਬਜ਼ਾਦੇ, ਮੈਂ ਤਾਂ ਤੁਹਾਡੇ ਘਰ ਦਾ ਚਾਕਰ ਰਿਹਾ, ਮੈਂ ਗੋਲਾ ਰਿਹਾ, ਪਾਣੀ ਢੋਣ ਵਾਲਾ। ਤੇ ਸ਼ਾਸਤਰ ਕਹਿੰਦੇ ਨੇ ਵੀ ਗੁਰੂ ਦਾ ਪੁੱਤਰ ਗੁਰੂ ਦੀ ਤਰ੍ਹਾਂ ਹੀ ਪੂਜਣ ਯੋਗ ਹੁੰਦਾ ਹੈ। ਤੂੰ ਮੇਰੇ ਲਈ ਗੁਰੂ ਅੰਗਦ ਸਾਹਿਬ ਦਾ ਰੂਪ ਹੈ, ਕਿਉਂਕਿ ਉਹਨਾਂ ਦੀ ਅੰਸ਼ ਵੰਸ਼ ਹੈ। ਮੇਰੀ ਗਲਤੀ ਦੀ ਸਜ਼ਾ ਤੂੰ ਮੈਨੂੰ ਦਿੱਤੀ ਹੈ, ਕਿਉਂਕਿ ਮਰਿਆਦਾ ਕਹਿੰਦੀ ਹੈ ਵੀ ਜਦੋਂ ਗੁਰੂ ਪੁੱਤਰ ਆਵੇ ਤਾਂ ਉੱਠ ਕੇ ਉਹਦਾ ਸਤਿਕਾਰ ਕੀਤਾ ਜਾਵੇ। ਮੈਂ ਸਿੰਘਾਸਣ ਤੇ ਬੈਠਾ ਰਿਹਾ ਤੇ ਤੇਰੇ ਪਿਤਾ ਜੀ ਤਾਂ ਹੈ ਨਹੀਂ ਅੱਜ ਮੈਨੂੰ ਤਾੜਨ ਕਰਨ ਵਾਲੇ, ਅੱਜ ਤਾਂ ਤੂੰ ਹੀ ਹੋਇਆ ਹੈ। ਇਸ ਕਰਕੇ ਬੜੀ ਕਿਰਪਾ ਕੀਤੀ, ਪਰ ਇੱਕ ਬੇਨਤੀ ਹੈ, ਤੁਹਾਡੇ ਪੈਰ ਤੇ ਚੋਟ ਤਾਂ ਨਹੀਂ ਲੱਗ ਗਈ? ਮੇਰਾ ਬਿਰਧ ਸਰੀਰ ਹੈ, ਤੁਹਾਡੇ ਚਰਨ ਬੜੇ ਕੋਮਲ ਨੇ, ਕਦੇ ਬਹੁਤਾ ਤੁਰੇ ਨਹੀਂ, ਗੁਰੂ ਦੀ ਗੋਦੀ ਵਿੱਚ ਪਲੇ, ਮਖਮਲੀ ਗਦੈਲਿਆਂ ਤੇ ਸੁੱਤੇ, ਕੋਈ ਚੋਟ ਤਾਂ ਨਹੀਂ ਲੱਗੀ? ਕੀ ਬੋਲ ਸਕਦਾ ਸੀ? ਆਪ ਬੈਠੇ ਭੁੰਜੇ ਤੇ ਸਿੰਘਾਸਣ ਤੇ ਬਿਠਾ ਦਿੱਤਾ ਦਾਤੂ ਜੀ ਨੂੰ, ਚਰਨਾਂ 'ਚ ਬੈਠੇ, ਗੁਰਤਾ ਗੱਦੀ ਦਾ ਮਾਲਕ ਗੁਰੂ। ਇਹ ਵਾਹਿਗੁਰੂ, ਤੂੰ ਸਾਨੂੰ 10 ਜਾਮੇ ਧਾਰ ਕੇ ਨਿਮਰਤਾ ਸਿਖਾਈ, ਅਸੀਂ ਨਹੀਂ ਸਿੱਖੀ। ਅਸੀਂ ਤਾਂ ਤੇਰਾ ਨਾਂ ਲੈ ਕੇ ਛਕਣ ਛਕਾਉਣ ਵਾਲੇ ਹਾਂ। ਲਿਬਾਸ ਰਹਿ ਕੇ ਸਾਡੇ ਕੋਲ ਸਿੱਖੀ ਨਹੀਂ ਰਹੀ। ਸਿੱਖੀ ਕੀ ਸਿੱਖਿਆ? ਅਮਲ। ਹੱਥ ਜੋੜ ਕੇ ਕਹਿਣ ਲੱਗੇ, ਗੁਰੂ ਪੁੱਤਰ ਕੀ ਆਦੇਸ਼ ਹੈ ਦਾਸ ਲਈ? ਆਕੜਿਆ ਬੈਠਾ ਹੈ, ਕਹਿੰਦਾ ਆਦੇਸ਼ ਇਹ ਹੈ, ਇੱਥੋਂ ਚਲਿਆ ਜਾ। ਸਿੰਘਾਸਣ ਸਾਡਾ ਹੈ, ਸੰਗਤ ਸਾਡੀ ਹੈ, ਸਿੰਘਾਸਣ ਦਾ ਮਾਲਕ ਮੈਂ ਹਾਂ, ਵੱਡਾ ਪੁੱਤਰ ਹਾਂ। ਕਹਿੰਦੇ ਜੀ 7 ਵਜੇ ਆਪ ਜੀ ਉੱਠ ਖੜੇ। ਸੋਚਿਆ ਇਹਨੂੰ ਸੁਖ ਦੇਣ ਵਾਸਤੇ ਮੈਨੂੰ ਲਾਂਭੇ ਹੋ ਜਾਣਾ ਚਾਹੀਦਾ, ਕਲੇਸ਼ ਨਹੀਂ ਹੋਏਗਾ। ਲੋਕੀ ਕਹਿਣਗੇ ਗੁਰੂ ਦੇ ਸੇਵਕ ਦਾ ਤੇ ਗੁਰੂ ਦੇ ਪੁੱਤਰ ਦੇ ਨਾਲ ਐਡਾ ਬੜਾ ਕਲੇਸ਼ ਹੈ। ਜੇ ਰਿਸ਼ਤੇਦਾਰੀ ਦਾ ਸੰਬੰਧ ਵੀ ਦੇਖੀਏ ਨਾ ਗੁਰੂ ਪਿਆਰਿਓ, ਤਾਂ ਗੁਰੂ ਅੰਗਦ ਦੇ ਮਹਾਰਾਜ ਦੇ ਕੁੜਮ ਲੱਗਦੇ ਆ ਗੁਰੂ ਅਮਰਦਾਸ। ਉਸ ਲਿਹਾਜ਼ਨ ਗੁਰੂ ਦੇ ਪੁੱਤਰਾਂ ਦਾ ਉਹਨਾਂ ਦੇ ਤਾਂ ਪਿਤਾ ਦੇ ਸਮਾਨ ਸੀ ਨਹੀਂ। ਮੂਰਖਤਾਈ ਕਿਤੇ ਵੀ ਹੋ ਸਕਦੀ ਹੈ, ਈਰਖਾ ਦਵੈਸ਼ ਕਿਤੇ ਵੀ ਹੋ ਸਕਦੀ ਹੈ। ਰਾਤ ਦਾ ਟਾਈਮ ਹੋਇਆ ਤੇ ਗੁਰੂ ਅਮਰਦਾਸ ਨੇ ਆਪਣਾ ਫੈਸਲਾ ਕਰ ਲਿਆ, ਮੈਂ ਕੀ ਕਰਨਾ। ਨਹੀਂ ਦੱਸਿਆ ਕਿਸੇ ਨੂੰ, ਨਾ ਬਾਬਾ ਬੁੱਢਾ ਸਾਹਿਬ ਕਿਸੇ ਨੂੰ ਵੀ ਨਹੀਂ ਦੱਸਿਆ। ਦਾਤੂ ਥੋੜਾ ਚਿਰ ਤਾਂ ਬੈਠਾ ਰਿਹਾ ਉੱਥੇ, ਤੇ ਸੰਗਤ ਸਾਰੀ ਉੱਠ ਕੇ ਚਲੀ ਗਈ। ਹੁਣ ਕੱਲਾ ਸਿੰਘਾਸਣ ਤੇ ਕੀ ਗੁਰੂ ਹੈ, ਸੰਗਤ ਹੀ ਨਹੀਂ ਰਹੀ। ਬਸ਼ਰਮ ਜਿਹਾ ਹੋ ਕੇ ਜਿਹੜਾ ਭੇਟਾ ਧਨ ਪਦਾਰਥ ਮਿਲਿਆ ਲੈ ਕੇ ਚੱਲ ਪਿਆ। ਤੇ ਰਸਤੇ ਦੇ ਵਿੱਚ ਜਾਂਦਿਆਂ, ਰਾਤ ਦੇ ਟਾਈਮ ਕਿਤੇ ਗਿਆ ਸੀ, ਇਹ ਚੋਰਾਂ ਨੇ ਫੜ ਲਿਆ। ਜਿਹੜੀ ਲੱਤ ਗੁਰੂ ਅਮਰਦਾਸ ਮਹਾਰਾਜ ਦੀ ਮਾਰੀ ਸੀ, ਅਕਾਲ ਪੁਰਖ ਨੇ ਉਸੇ ਲੱਤ ਦੇ ਉੱਤੇ ਚੋਟ ਐਸੀ ਮਾਰ ਦਿੱਤੀ ਚੋਰਾਂ ਨੇ, ਧਨ ਪਦਾਰਥ ਵੀ ਗਿਆ।
ਤੇ ਉਹ ਹੱਡੀ ਤੱਕ ਚੋਟ ਪਹੁੰਚ ਗਈ। ਜਿਹੜੀ ਲੱਤ ਮਾਰੀ ਸੀ ਉਹਦੇ ਤੇ ਫਿਰ ਨਸੂਰ ਚੱਲ ਪਿਆ। ਨਸੂਰ ਹੁੰਦਾ ਲਹੂ ਤੇ ਪੀਕ ਵਗਦੀ ਰਹਿੰਦੀ ਹੈ, ਦਰਦ ਹੁੰਦਾ ਰਹਿੰਦਾ ਹਰ ਵੇਲੇ। ਲੱਖਾਂ ਯਤਨ ਕੀਤੇ, ਇਹ ਇਲਾਜ ਨਹੀਂ ਸੀ ਹੋਇਆ। ਫਿਰ ਜਾ ਕੇ ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬੈਠੇ, ਉਹਨਾਂ ਦੇ ਚਰਨੀ ਪੈ ਕੇ ਤਾਂ ਉਹ ਦਾਤੂ ਦੀ ਲੱਤ ਠੀਕ ਹੋਈ ਸੀ। ਇਹ ਲੰਮੇ ਪ੍ਰਸੰਗ ਨੂੰ ਆਪਾਂ ਜਿਹੜੀ ਗੱਲ ਕਥਾ ਵਿੱਚ ਚੱਲ ਰਹੀ ਹੈ ਪ੍ਰਕਰਨ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਸਗਲ ਭਵਨਾਂ ਦੀ ਸੁਧ ਕਿਵੇਂ ਹੁੰਦੀ ਹੈ? ਤੇ ਗੁਰੂ ਅਮਰਦਾਸ ਜੀ ਅੱਧੀ ਰਾਤ ਨੂੰ ਨਿਕਲੇ, ਨਾ ਸੇਵਕ ਲਿਆ, ਨਾ ਘੋੜੀ ਲਈ, ਨਾ ਕਿਸੇ ਨੂੰ ਦੱਸਿਆ। ਆਪਣੇ ਨਗਰ ਬਾਸਰ ਕੀਆਂ ਗਿੱਲਾਂ, ਉਹਦੇ ਬਾਹਰ ਵਾਰ ਇੱਕ ਕੋਠਾ ਸੀ ਪਸ਼ੂਆਂ ਦਾ, ਜਿਹਦੇ ਵਿੱਚ ਗਵਾਲੇ ਜਿਹੜੇ ਸੀ ਗਾਵਾਂ ਮੱਝਾਂ ਚਾਰਨ ਵਾਲੇ, ਉਹ ਉਹਦੇ ਚ ਮੀਂਹ ਕਣੀ ਚ ਆਰਾਮ ਕਰ ਲੈਂਦੇ। ਜਲਦੀ ਦੇ ਕੇ ਉੱਥੇ ਇੱਕ ਉਸ ਗੁਰਮੁਖ ਨੂੰ ਕਹਿ ਕੇ ਵੀ ਤੂੰ ਬਾਹਰ ਨਹੀਂ ਭਾਵ ਕੱਢਣੀ ਕੀ ਹੈ, ਪਰਨ ਲੈ ਲਿਆ ਉਹਦੇ ਕੋਲੋਂ। ਕੋਠੇ ਅੰਦਰ ਬਹਿ ਕੇ ਚੌਂਕੜਾ ਮਾਰ ਕੇ ਕਹਿੰਦੇ ਵੀ ਕੰਧ ਚਿਣਦੇ, ਉਹਦੇ ਉੱਤੇ ਲਿਖ ਦਿੱਤਾ ਜਿਹੜਾ ਦਰਵਾਜ਼ਾ ਖੋਲੂਗਾ ਜਮਾਂ ਦੇ ਲੋਕ ਨੂੰ ਜਾਊਗਾ, ਮੇਰਾ ਸਿੱਖ ਹੀ ਨਹੀਂ ਆਇਆ। ਖਿੜਕੀਆਂ ਦਰਵਾਜ਼ੇ ਸਭ ਬੰਦ, ਕੋਈ ਅੰਦਰ ਜਾਣ ਦੀ ਪ੍ਰਵੇਸ਼ ਦੇ। ਚੌਂਕੜਾ ਮਾਰ ਕੇ ਬਹਿ ਗਏ, ਸਮਾਧਿਸ਼ਟ ਹੋ ਗਏ ਕਿ ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਨਹੀਂ ਠੀਕ ਹੈ। ਉਦੋਂ ਬਾਅਦ ਸਰੀਰ ਤੇ ਆ ਕੇ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚਦੇ ਆ, ਗੁਰੂ ਅੰਗਦ ਸਾਹਿਬ ਦੇ, ਕਿ ਪਾਤਸ਼ਾਹ ਇਹ ਸੰਸਾਰ ਮੇਰੇ ਰਹਿਣ ਦਾ ਨਹੀਂ, ਤੁਸੀਂ ਆਪਣੀ ਨਿਭਾ ਕੇ ਹੁਣ ਤੁਹਾਡੇ ਕੋਲ ਹੀ ਮੈਂ ਆਉਣਾ। ਖੁਦਕਸ਼ੀ ਕਰਨੀ ਸਿੱਖ ਦਾ ਧਰਮ ਨਹੀਂ ਹੈ। ਗੁਰਤਾ ਗੱਦੀ ਦੇ ਮਾਲਕ, ਪਤਾ ਨਹੀਂ ਇਹਦੇ ਵਿੱਚ ਕੀ ਕੀ ਸਿਖਾਉਣਾ ਸੀ ਮਹਾਰਾਜ ਨੇ। ਤੇ ਹੁਣ ਸੰਗਤ ਨੂੰ ਦਿਨ ਚੜ੍ਹੇ ਦੇਖਿਆ, ਹਨੇਰ ਪੈ ਗਿਆ, ਗੁਰੂ ਤੋਂ ਬਿਨਾਂ ਲੱਭਦੇ ਰਹੇ ਸਾਰਾ ਦਿਨ, ਨਹੀਂ ਲੱਭੇ। ਕਹਿੰਦੇ ਵੀ ਬਾਬਾ ਬੁੱਢਾ ਸਾਹਿਬ ਕੋਲ ਚਲੋ। ਇਤਿਹਾਸ ਕਹਿੰਦਾ ਵੀ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਦਰਿਆ ਤੇ ਇਸ਼ਨਾਨ ਕਰਕੇ ਨਦੀ ਦੇ ਕਿਨਾਰੇ ਸੇਵਕ ਵਸਤਰ ਲਈ ਖੜਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਸਤਰ ਲਈ ਭਾਈ ਭਗੀਰਥ ਜੀ ਫੜਦੇ ਜਾਂ ਹੋਰ ਕੋਈ ਸਿੱਖ ਖੜਦਾ, ਆਪ ਜੀ ਬੇਈ ਦੇ ਚ ਇਸ਼ਨਾਨ ਕਰਦੇ, ਉਹ ਖੜਾ ਹੈ। ਬਾਬਾ ਬੁੱਢਾ ਸਾਹਿਬ ਜੀ ਇਸ਼ਨਾਨ ਕਰਦੇ ਜਦੋਂ ਬਾਹਰ ਆਏ ਤੇ ਮਹਾਰਾਜ ਸਾਹਿਬ ਜੀ ਨੇ, ਬਾਬਾ ਜੀ ਨੇ ਵਸਤਰ ਬਦਲ ਲਏ, ਵਸਤਰ ਦੂਸਰੇ ਪਹਿਲੇ। ਇਹਨੇ ਨੂੰ ਸੰਗਤ ਹੱਥ ਜੋੜ ਕੇ ਸਾਰੀ ਸੀ। ਬਾਬਾ ਬੁੱਢਾ ਸਾਹਿਬ ਕਹਿੰਦੇ ਵਾਹ ਵਾਹ ਸੰਗਤ ਜੀ, ਅੱਜ ਤਾਂ ਗੁਰੂ ਨਾਨਕ ਦੀ ਕੋਈ ਖਾਸ ਹੀ ਕਿਰਪਾ ਹੋ ਗਈ ਮੇਰੇ ਤੇ। ਇੱਕ ਸਿੱਖ ਦੇ ਦਰਸ਼ਨ ਹੋ ਜਾਣ, ਇੱਕ ਸਿੱਖ ਦੀ ਸੇਵਾ ਦਾ ਮੌਕਾ ਮਿਲ ਜਾਏ, ਜਨਮ ਸਫਲਾ ਹੋ ਜਾਂਦਾ। ਤੁਸੀਂ ਤਾਂ ਇੰਨੇ ਸਿੱਖ ਆ ਗਏ ਸਵੇਰੇ ਸਵੇਰੇ ਮੈਨੂੰ ਦਰਸ਼ਨ ਦੇਣ। ਇੱਕ ਸਿੱਖ ਕੀ ਸੇਵਾ ਫਲ ਮਹਾ, ਸੰਗਤ ਸੇਵ ਪਾਈਐ ਕਹਾਂ, ਜਿਸ ਪਰ ਸਤਿਗੁਰ ਹੋਏ ਦਇਆਲ, ਨਿਜ ਦਾਸਨ ਕੀ ਦੇ ਤਵ ਕਾਲ। ਜਿਹਦੇ ਤੇ ਗੁਰੂ ਨਾਨਕ ਮਿਹਰਬਾਨ ਹੋ ਜਾਏ, ਉਹਨੂੰ ਆਪਣੇ ਸੇਵਕਾਂ ਦੀ ਸੇਵਾ ਦੇ ਦਿੰਦਾ ਹੈ, ਉਹ ਫਿਰ ਸਿੱਖਾਂ ਦੀ ਸੇਵਾ ਕਰਨ ਲੱਗ ਜਾਂਦਾ। ਨਿਮਰਤਾ ਦੇਖ ਕੇ ਬਾਬਾ ਬੁੱਢਾ ਸਾਹਿਬ ਦੀ ਕਹਿੰਦੇ ਧੰਨ ਗੁਰੂ ਨਾਨਕ ਜਿਨ੍ਹਾਂ ਨੇ ਇੰਨੀ ਨਿਮਰਤਾ ਸਿਖਾਈ। ਕਹਿੰਦੇ ਬਾਬਾ ਜੀ ਅਸੀਂ ਤਾਂ ਬੇਨਤੀ ਕਰਨ ਆਏ ਹਾਂ, ਗੁਰਮੁਖੋ ਸੇਵਾ ਦੱਸੋ। ਦੁੱਧ ਪਾਣੀ ਕਹਿੰਦੇ ਜੀ ਸਭ ਕੁਝ ਸੰਗਤ ਛਕ ਕੇ ਆਈ ਹੈ, ਵੀ ਤੁਹਾਨੂੰ ਗੁਰੂ ਨਾਨਕ ਦਾ ਵਰ ਹੈ। ਕੀ ਵਰ ਸੀ ਕਿ ਬਾਬਾ ਤੇਤੋਂ ਓਹਲੇ ਨਾ ਹੋਸਾਂ, ਮੈਂ ਜਿਹੜੇ ਸਰੂਪ 'ਚ ਮਰਜ਼ੀ ਹੋਵਾਂ ਤੇਤੋਂ ਓਹਲੇ ਨਹੀਂ ਹੋਊਂਗਾ। ਗੁਰੂ ਕਿੱਥੇ ਹੈ? ਤੁਹਾਨੂੰ ਤਿੰਨਾਂ ਭਵਨਾਂ ਦੀ ਸੋਝੀ ਹੈ, ਮੰਨੈ ਸਗਲ ਭਵਨ ਕੀ ਸੁਧ, ਤੇ ਤੁਹਾਨੂੰ ਇਹ ਸਾਰੀ ਸੋਝੀ ਹੈ। ਦੱਸੋ ਤਾਂ ਧਿਆਨ ਕਰਕੇ ਗੁਰੂ ਕਿੱਥੇ ਹੈ? ਮਿਲਾ ਦੋ ਗੁਰੂ ਨੂੰ। ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ, ਚੌਥੇ ਜਾਮੇ 'ਚ ਕਿਹਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਗੁਰੂ ਤਾਂ ਬਾਸਰ ਦੀਆਂ ਗੱਲਾਂ ਕੋਠੇ 'ਚ ਬੈਠਾ ਹੈ, ਜ਼ਾਹਰ ਨਹੀਂ ਕੀਤਾ। ਕਹਿੰਦੇ ਭਾਈ ਮੈਂ ਤਾਂ ਤੁਹਾਡੇ ਵਰਗਾ ਹੀ ਹਾਂ, ਮੈਨੂੰ ਸਗਲ ਭਵਨ ਕੀ ਸੁਧ ਕਿੱਥੇ ਹੈ? ਇਹ ਤਾਂ ਮੈਂ ਜਿਹੋ ਜਿਹੇ ਤੁਸੀਂ ਹੋ ਜੇ, ਮੈਂ ਇੰਨਾ ਲੁਕੋ ਕੇ ਰੱਖਦੇ ਸੀ ਆਪਣੇ ਆਪ ਨੂੰ। ਆਹ ਹੋਛੇ ਬੰਦੇ ਨੇ ਜਿਹੜੇ ਮਾੜੀ ਜੀ ਗੱਲ ਕਰਾ ਮਾਤਾ ਕਿਤੇ ਰਿੱਧੀ ਸਿੱਧੀ ਮਿਲ ਜਾਏ, ਫਿਰ ਲੋਕਾਂ ਨੂੰ ਮਦਾਰੀ ਬਣ ਜਾਂਦੇ ਨੇ। ਹਾਂ ਇੱਕ ਗੱਲ ਜ਼ਰੂਰ ਹੈ ਸੰਗਤ ਜੀ, ਤੁਸੀਂ ਮੈਨੂੰ ਹੁਕਮ ਕੀਤਾ ਹੈ ਤਾਂ ਪ੍ਰਵਾਨ, ਮੈਂ ਜੁਗਤੀ ਦੱਸ ਦੇਣਾ। ਇਹ ਦੱਸੋ। ਕਹਿੰਦੇ ਗੁਰੂ ਦੀ ਘੋੜੀ ਕਿੱਥੇ ਹੈ? ਕਹਿੰਦੇ ਮਹਾਰਾਜ ਉਹ ਤਾਂ ਖੜੀ ਹੈ, ਉਸ ਤਰ੍ਹਾਂ ਗੁਰੂ ਸਾਹਿਬ ਘੋੜੀ ਵੀ ਨਹੀਂ ਲੈ ਕੇ ਗਿਆ। ਕਹਿੰਦੇ ਘੋੜੀ ਖੋਲੋ।
ਸੰਗਤ ਦੀ ਅਰਦਾਸ ਵਿੱਚ ਬੜੀ ਕਰਾਮਾਤ ਹੈ। ਜਿਹੜੀ ਘੋੜੀ ਨਿਤ ਗੁਰੂ ਦੀ ਸੇਵਾ ਕਰ ਰਹੀ ਹੈ, ਕਹਿੰਦੇ ਤੁਸੀਂ ਕੀ ਸਮਝਦੇ ਹੋ ਵੀ ਉਹਨੂੰ ਕੋਈ ਗਿਆਨ ਹੀ ਨਹੀਂ ਹੈ? ਪਸ਼ੂ ਪ੍ਰੇਤ ਮੁਗਧ ਕਉ ਧਾਰੇ, ਗੁਰੂ ਨਾਨਕ ਦੇ ਗੱਦੀ ਦੇ ਵਾਰਸ ਗੁਰੂ ਅਮਰਦਾਸ ਮਹਾਰਾਜ ਦੀ ਘੋੜੀ ਹੈ। ਲਓ ਜੀ, ਘੋੜੀ ਕਾਠੀ ਪਾ ਕੇ ਸ਼ਿੰਗਾਰ ਕੇ ਖੜੀ ਕਰ ਦਿੱਤੀ ਤੇ ਬਾਬੇ ਬੁੱਢੇ ਸਾਹਿਬ ਨੇ ਸੰਗਤ ਦੇ ਸਮੇਤ ਅਰਦਾਸ ਕੀਤੀ, ਹੇ ਗੁਰੂ ਨਾਨਕ ਆਪਣੇ ਕਹੇ ਬਚਨ ਦੀ ਲਾਜ ਰੱਖਣੀ। ਹੇ ਗੁਰੂ ਅੰਗਦ ਸਾਹਿਬ, ਸਾਰਿਆਂ ਦਾਸਾਂ ਦੀ ਸੰਗਤ ਦੀ ਅਰਦਾਸ ਹੈ ਤੇ ਘੋੜੀ ਨੂੰ ਉੱਥੇ ਲੈ ਚੱਲ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਵੇਲੇ ਅਰਦਾਸ ਕਰ ਦਿੱਤੀ। ਅਰਦਾਸ 'ਚ ਬੜੀ ਕਰਾਮਾਤ ਹੈ। ਤੇ ਗੁਰੂ ਸਾਹਿਬ ਦੇ ਅਕਾਲ ਪੁਰਖ ਦੇ ਹੁਕਮ 'ਚ ਬੰਨੀ ਹੋਈ ਘੋੜੀ ਉਸੇ ਪਾਸੇ ਨੂੰ ਤੁਰੀ। ਪਿੱਛੇ ਪਿੱਛੇ ਸੰਗਤ ਕੀਰਤਨ ਕਰਦੀ ਜਾ ਰਹੀ ਹੈ। ਲੋਕੀ ਦੇਖਦੇ ਹੋਰ ਰਸਤੇ 'ਚ ਸੰਗਤਾਂ ਰਲ ਗਈਆਂ ਤੇ ਘੋੜੀ ਜਾ ਕੇ ਉੱਥੇ ਕੋਠੇ ਦੇ ਜਿੱਥੇ ਦਰਵਾਜ਼ਾ ਤਾਜ਼ਾ ਬੰਦ ਕਰਿਆ ਸੀ ਉਹਦੇ ਕੋਠੇ ਦੇ ਦੁਆਲੇ ਪਰਿਕਰਮਾ ਕਰਕੇ ਘੋੜੀ, ਕਿੱਡੇ ਭਾਗ ਸੀ ਉਹ ਘੋੜੀ ਦੇ, ਪਰਿਕਰਮਾ ਕੀਤੀ ਤੇ ਦਰਵਾਜ਼ੇ ਤੇ ਮੱਥਾ ਟੇਕ ਕੇ ਫਿਰ ਹਿਣਕਣ ਲੱਗ ਗਈ ਵੀ ਸੰਗਤ ਜੀ ਮੇਰੇ ਮਾਲਕ ਇਹਦੇ 'ਚ ਬੈਠੇ। ਸੰਗਤ ਨੇ ਦੇਖਿਆ, ਨਮਸਕਾਰਾਂ ਕੀਤੀਆਂ, ਪਰਿਕਰਮਾ ਕੀਤੀਆਂ। ਦਰਵਾਜ਼ੇ ਦੇ ਉੱਤੇ ਲਿਖਿਆ ਜਿਹੜਾ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ, ਜਮਾਂ ਦੇ ਲੋਕ ਨੂੰ ਜਾਊਗਾ, ਗੁਰੂ ਦਾ ਕੋਈ ਰੱਖਿਅਕ ਨਹੀਂ ਹੋਏਗਾ। ਸੰਗਤ ਰੋਣ ਲੱਗ ਗਈ, ਮਹਾਰਾਜ ਗੁਰੂ ਲੱਭੇ ਜਿਹੇ ਜੇ ਨਾ ਲੱਭੇ। ਕਿਹਦੀ ਹਿੰਮਤ ਹੈ ਵੀ ਜਮਾਂ ਦੇ ਲੋਕ ਨੂੰ ਜਾਵੇ, ਸਿੱਖੀ ਤੋਂ ਖਾਰਜ ਹੋਵੇ, ਗੁਰੂ ਦਾ ਹੁਕਮ ਹੈ। ਉਦਾਸ ਹੋ ਕਈਆਂ ਦੇ ਅੱਖਾਂ 'ਚੋਂ ਪਾਣੀ ਵਗਦਾ। ਮਹਾਰਾਜ ਮੁੜ ਕੇ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਇਹ ਤੁਹਾਡੀ ਅਰਦਾਸ ਦੀ ਕਰਾਮਾਤ ਸੀ, ਇਹ ਤੁਹਾਡੀ ਕੋਈ ਖੇਡ ਸੀ, ਤੁਸੀਂ ਛੁਪੇ ਹੋਏ ਹੋ, ਪਤਾ ਤੁਹਾਨੂੰ ਸਭ ਕੁਝ ਹੈ। ਜੇ ਐਡੀ ਵੱਡੀ ਮੁਸ਼ਕਲ ਹੱਲ ਕਰ ਸਕਦੇ ਹੋ ਤਾਂ ਇਹ ਵੀ ਮੁਸ਼ਕਲ ਤੁਸੀਂ ਹੱਲ ਕਰ ਸਕਦੇ ਹੋ। ਕੀ ਹੋਏਗਾ? ਬਾਬਾ ਬੁੱਢਾ ਸਾਹਿਬ ਕਹਿੰਦੇ, ਚਿੰਤਾ ਨਾ ਕਰੋ, ਗੁਰੂ ਨਾਨਕ ਕਿਰਪਾ ਕਰੇਗਾ। ਬਾਬਾ ਬੁੱਢਾ ਸਾਹਿਬ ਕਹਿੰਦੇ, ਲਿਆਓ ਕੰਧਾਲਾ, ਲਿਆਓ ਸੱਬਲ, ਲਿਆਓ। ਬਾਬਾ ਜੀ ਦਰਵਾਜ਼ਾ ਨਾ ਖੋਲਿਓ, ਗੁਰੂ ਦਾ ਸਰਾਫ ਲੱਗ ਜੂ। ਕਹਿੰਦੇ, ਲਿਆਓ ਤਾਂ ਸਹੀ। ਲੈ ਆਂਦੇ, ਪਿਛਲੇ ਪਾਸੇ ਪਾੜ ਲਾ ਲਿਆ, ਸੰਨ ਮੋਰਾ ਕਰ ਲਿਆ। ਮੋਰਾ ਕਰਕੇ ਉਹਦੇ ਵਿੱਚ ਦੀ ਉਹਨਾਂ ਕੁ ਮੋਰਾ ਕਰਿਆ ਜਿਹਦੇ 'ਚ ਬਾਬਾ ਬੁੱਢਾ ਸਾਹਿਬ ਨੇ ਉਹਦੇ ਵਿੱਚ ਦੀ ਲੰਘ ਗਏ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਜਾ ਮੱਥਾ ਟੇਕਿਆ, ਚਰਨਾਂ ਨੂੰ ਸਪਰਸ਼ ਕੀਤਾ। ਅਕਾਲ ਪੁਰਖ ਗੁਰੂ ਨਾਨਕ ਦਾ, ਗੁਰੂ ਅੰਗਦ ਦੇਵ ਜੀ ਦਾ ਹੁਕਮ ਹੋਇਆ। ਜੋ ਸਮਾਧੀ ਦੇ ਵਿੱਚ ਗੁਰੂ ਨਾਨਕ ਦਾ ਰੂਪ ਹੋਏ ਬੈਠੇ ਸੀ, ਉਸੇ ਵੇਲੇ ਸਮਾਧੀ ਸਿੱਖ ਨੇ ਖਿਲਾ ਦਿੱਤੀ। ਬਾਬਾ ਬੁੱਢਾ ਸਾਹਿਬ ਦਾ ਸਤਕਾਰ ਸੰਗਤਾਂ 'ਚ ਗੁਰੂ ਨਾਨਕ ਵਰਗਾ ਹੀ ਸੀ। ਬਹੁਤੇ ਪਿਆਰੇ ਸਿੱਖ ਸੀ ਗੁਰੂ ਨਾਨਕ ਦੇ। ਗੁਰਤਾ ਗੱਦੀ ਦਾ ਤਿਲਕ ਉਹਨਾਂ ਦੇ ਹੱਥੀਂ ਲੱਗੇ। ਗੁਰੂ ਅਮਰਦਾਸ ਦੇਖ ਕੇ ਕਹਿੰਦੇ, ਬਾਬਾ ਜੀ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ। ਸਿੱਖ ਨੂੰ ਸਿੱਖੀ ਬੜੀ ਪਿਆਰੀ ਹੁੰਦੀ ਹੈ। ਠੀਕ ਹੈ ਵੀ ਗੁਰਤਾ ਗੱਦੀ ਦਾ ਤਿਲਕ ਤਾਂ ਤੁਹਾਡੇ ਹੱਥਾਂ ਨਾਲ ਹੀ ਲੱਗਿਆ ਮੈਨੂੰ, ਪਰ ਗੁਰੂ ਦਾ ਹੁਕਮ ਜਿਹੜਾ ਸੀ ਇਹ ਤਾਂ ਸਿੱਖ ਨੂੰ ਮੰਨਣਾ ਚਾਹੀਦਾ ਨਾ। ਤੇ ਤੁਹਾਨੂੰ ਪਤਾ ਇਹਦੀ ਸਜ਼ਾ ਕੀ ਰੱਖੀ ਹੈ ਮੈਂ? ਬਾਬਾ ਜੀ ਕਹਿੰਦੇ, ਹਾਂ। ਤੁਸੀਂ ਫੇਰ ਵੀ ਦਰਵਾਜ਼ਾ ਖੋਲ੍ਹਿਆ? ਕਹਿੰਦੇ, ਮਹਾਰਾਜ ਸੰਗਤ ਦਾ ਦੁੱਖ ਮੈਥੋਂ ਦੇਖ ਨਹੀਂ ਹੋਇਆ। ਸੰਗਤ ਰੋਂਦੀ ਸੀ, ਬਿਲਕਦੀ ਸੀ। ਮੈਂ ਫਿਰ ਤੁਹਾਡਾ ਹੁਕਮ ਵੀ ਮੰਨ ਲਿਆ ਤੇ ਸੰਗਤ ਦੀ ਮੁਸ਼ਕਲ ਵੀ ਹੱਲ ਕਰ ਦਿੱਤੀ। ਮਹਾਰਾਜ ਤੁਹਾਡਾ ਤਾਂ ਹੁਕਮ ਹੈ ਵੀ ਦਰਵਾਜ਼ਾ ਨਹੀਂ ਖੋਲ੍ਹਣਾ। ਦਰਵਾਜ਼ੇ ਦੀ ਇੱਟ ਇੱਕ ਵੀ ਨਹੀਂ ਛੇੜੀ ਮੈਂ, ਇੱਕ ਇੱਟ ਨਹੀਂ ਛੇੜੀ ਮੈਂ। ਕਹਿੰਦੇ, ਆਏ ਕਿੱਧਰ ਦੀਆਂ? ਕਹਿੰਦੇ, ਆਓ ਦੇਖੋ ਮਹਾਰਾਜ, ਤੁਸੀਂ ਇਹ ਤਾਂ ਨਹੀਂ ਸੀ ਕਿਹਾ ਵੀ ਮੋਰਾ ਕਰਕੇ ਵੀ ਨਹੀਂ ਆਉਣਾ? ਮਹਾਰਾਜ ਹੱਸ ਪਏ। ਬਾਬਾ ਬੁੱਢਾ ਸਾਹਿਬ, ਤੂੰ ਤਾਂ ਗੁਰੂ ਨਾਨਕ ਦਾ ਸਾਖਸ਼ਾਤ ਰੂਪ ਹੈ। ਜੇ ਗੁਰੂ ਦਾ ਹੁਣ ਇਹੀ ਹੁਕਮ ਹੈ, ਕਹਿੰਦੇ ਫਿਰ ਐਂ ਕਰੋ, ਹੁਣ ਦਰਵਾਜ਼ਾ ਖੋਲ ਦਿਓ ਸੰਗਤ। ਉਸ ਵੇਲੇ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਗੁਰੂ ਦਾ ਹੁਕਮ ਸੁਣਾ ਦਿੱਤਾ ਹੈ। ਦਰਵਾਜ਼ਾ ਖੋਲ ਦਿੱਤਾ ਗੁਰੂ ਦੇ ਹੁਕਮ ਵਿੱਚ। ਕਹਿੰਦੇ, ਅੱਗੇ ਤਾਂ ਸੀ ਇਹ ਬਚਨ, ਹੁਣ ਮੈਂ ਤੇਰੇ ਕਰਕੇ ਆਪਣਾ ਬਚਨ ਵਾਪਸ ਕਰਕੇ ਇਹਦੇ ਤੇ ਮੋਹਰ ਲਾਉਣਾ। ਅੱਗੇ ਤਾਂ ਸੀ ਜਿਹੜਾ ਦਰਵਾਜ਼ਾ ਤੇ ਲੰਘ ਕੇ ਆਊਗਾ ਜਮਾਂ ਦੇ ਲੋਕ ਨੂੰ ਜਾਊ,
ਹੁਣ ਜਿਹੜਾ ਸੰਨ ਦੇ ਵਿੱਚ ਦੀ ਲੰਘ ਕੇ ਦਰਵਾਜ਼ੇ 'ਤੇ ਹੀ ਬਾਹਰ ਹੋ ਜਾਊਗਾ, ਉਹਦੀ 84 ਕੱਟੀ ਜਾਊਗੀ, ਜੰਮਣ ਮਨ ਤੋਂ ਰੁੱਤ ਹੋ ਜਾਊਗਾ। ਹੁਣ ਵੀ ਮਰਜ਼ਾਦਾ ਹੈ, ਸੰਨ ਸਾਹਿਬ ਗੁਰਦੁਆਰਾ ਬਣਿਆ, ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਉਹਦੇ ਵਿੱਚ ਦੀ ਲੰਘ ਜਾਈਦਾ, ਦਰਵਾਜ਼ੇ 'ਤੇ ਹੀ ਬਾਹਰ ਹੋ ਜਾਈਦਾ, ਉਹਦੀ 84 ਕੱਟੀ ਜਾਂਦੀ ਹੈ। ਇਹ ਗੁਰੂ ਦਾ ਵਚਨ ਹੈ। ਤੇ ਕਹਿਣ ਤੋਂ ਭਾਵ ਮੰਨੈ ਸਗਲ ਭਵਨ ਕੀ ਸੁਧ, ਇਹ ਖਬਰ ਅੰਤਰਜਾਮਤਾ, ਇਹ ਮੰਨਣ ਦੀ ਬਰਕਤ ਹੈ। ਤੇ ਦੂਸਰਾ ਇਹਦਾ ਅਰਥ ਇਹ ਵੀ ਹੈ, ਜੋ ਸਗਲ ਸਾਰੇ ਭਵਨ ਨਾਮ ਹੈ ਲੋਕਾਂ ਦਾ, ਮੰਨੈ ਸਗਲ ਭਵਨ ਕੀ ਸੁਧ ਹੈ ਨਾ, ਉਹਦੇ ਵਿੱਚ ਜਿੰਨੇ ਵੀ ਗੁਪਤ ਰੂਹ ਹੋ ਕੇ ਜੋ ਕੁਝ ਵਰਤ ਰਿਹਾ ਹੈ, ਤੇ ਉਹਦਾ ਨਾਮ ਮੰਨੇ ਮੰਨਣ ਕਰਨ ਵਾਲਿਆਂ ਨੂੰ ਸਾਰੀ ਸੁਧ ਗਿਆਤ ਹੋ ਜਾਂਦੀ ਹੈ ਕਿੱਥੇ ਕੀ ਹੋ ਰਿਹਾ ਹੈ। ਇਹ ਤੋਂ ਇਲਾਵਾ ਇਹ ਵੀ ਇਹਦਾ ਅਰਥ ਬੜਾ ਕੀਮਤੀ ਨਿੱਗਰ ਅਰਥ ਹੈ ਕਿ ਜੋ ਜਾਗਰਤ, ਸੁਪਨ ਤੇ ਸੁਕੋਪਤੀ ਤਿੰਨ ਅਵਸਥਾ, ਇਹ ਤਿੰਨ ਭਵਨਾਂ ਦੀ ਨਿਆਈ ਤਿੰਨ ਅਵਸਥਾ ਨੂੰ, ਜਾਗਰਤ, ਸੁਪਨ ਤੇ ਸੁਕੋਪਤੀ। ਹੁਣ ਅਸੀਂ ਜਾਗਦੇ ਹਾਂ, ਸਾਰੇ ਸੁਣ ਰਹੇ ਹਾਂ, ਦੇਖ ਰਹੇ ਹਾਂ, ਬੋਲ ਰਹੇ ਹਾਂ, ਇਹ ਜਾਗਰਤ ਅਵਸਥਾ ਹੈ। ਸੁਪਨ ਅਵਸਥਾ ਹੁੰਦੀ ਜਦੋਂ ਨੀਂਦ ਆ ਜਾਂਦੀ ਹੈ ਤੇ ਉਹਦੇ 'ਚ ਸੁਪਨਾ ਆਉਂਦਾ ਹੈ, ਉਹ ਸੁਪਨ ਅਵਸਥਾ ਹੈ। ਸੁਕੋਪਤੀ ਅਵਸਥਾ ਗੂੜੀ ਨੀਂਦ ਜਿਹਦੇ 'ਚ ਸੁਪਨਾ ਵੀ ਨਹੀਂ ਹੁੰਦਾ, ਜਾਗਰਤ ਵੀ ਨਹੀਂ ਹੁੰਦੀ। ਇਹ ਤਿੰਨ ਭਵਨ ਸਮਝੋ। ਇਹਨਾਂ ਤਿੰਨਾਂ ਭਵਨਾਂ ਦਾ ਤੁਰਿਆ ਪਦ ਜਿਹੜਾ ਸਾਖੀ ਚੇਤਨ ਹੈ, ਸੱਤਾ ਦੇ ਰਿਹਾ ਤਿੰਨੇ ਅਵਸਥਾ ਨੂੰ, ਉਹਦੀ ਨਾਮ ਮੰਨਣ ਕਰਨ ਵਾਲਿਆਂ ਨੂੰ ਸੁੱਧ ਕੇ ਸੋਝੀ ਹੋ ਜਾਂਦੀ ਹੈ ਵੀ ਉਹ ਚੇਤਨ ਵਾਹਿਗੁਰੂ ਹੈ ਜਿਹਦੇ ਆਸਰੇ ਤਿੰਨੇ ਅਵਸਥਾ ਹੋ ਰਹੀਆਂ। ਇਸ ਪ੍ਰਕਾਰ ਦੇ ਗੁੜੇ ਤਿੰਨ ਭਵਨ, ਜਾਗਰਤ, ਸੁਪਨ, ਸੁਖੋਪਤੀ ਜਿਹੜੀ ਹੈ, ਇਹਨਾਂ ਤਿੰਨਾਂ ਭਵਨਾਂ ਦੇ ਵਿੱਚ ਦੌੜਨ ਵਾਲਾ ਜਿਹੜਾ ਮਨ ਹੈ, ਉਹਨੂੰ ਰੋਕਣ ਦੀ ਸੁੱਧ ਗਿਆਤ ਹੋ ਜਾਂਦੀ ਵੀ ਇਹਨੂੰ ਰੋਕਣਾ ਕਿਵੇਂ। ਜੋ ਸਾਰੇ ਭਵਨਾਂ 'ਚ ਬ੍ਰਹਮ ਵਿਆਪਕ ਹੈ, ਉਹਦੀ ਨਾਮ ਮੰਨਣ ਕਰਨ ਨਾਲ ਸੁੱਧ ਕੀ ਇਹ ਗਿਆਤ ਹੋ ਜਾਂਦੀ ਹੈ। ਵਾਹਿਗੁਰੂ ਸਾਰੀ ਜਗ੍ਹਾ ਦੇਖਣ ਲੱਗ ਜਾਂਦਾ ਹੈ ਕਿ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਨਹੀਂ, ਸਾਰੀ ਜਗ੍ਹਾ ਵਾਹਿਗੁਰੂ ਹੈ। ਤੋ ਇਸ ਕਰਕੇ ਇਹ ਸਗਲ ਭਵਨ ਦੀ ਸੁੱਧ, ਮੰਨੈ ਸਗਲ ਭਵਨ ਦੀ ਸੁੱਧ, ਇਹ ਬਰਕਤ ਹੈ ਸਿੱਧੋ ਮਿਲਦੀ ਹੈ। ਮੰਨੈ ਮੋਹਿ ਚੋਟਾ ਨਾ ਖਾਏ, ਹੈ ਸਿੱਧੋ ਜਿਹੜਾ ਨਾਮ ਨੂੰ ਮੰਨਣ ਕਰ ਲਵੇ, ਜਿਹੜੇ ਗੁਰਮੁਖ ਜਨ ਨਾਮ ਨੂੰ ਮੰਨਣ ਕਰਦੇ ਨੇ, ਮੂੰਹ ਕੀਏ ਮੂੰਹ ਤੇ ਲੋਕ ਪ੍ਰਲੋਕਾਂ ਦੇ ਵਿੱਚ ਜਮਾਂ ਦੀਆਂ ਚੋਟਾਂ ਨਾਮ ਸੱਟਾਂ ਦਾ ਹੈ। ਭਾਸ਼ਾ ਦੀ ਫਰਕ ਹੈ, ਕੋਈ ਚੋਟ ਕਹੇ ਤੇ ਸੱਟ ਇੱਕੋ ਹੀ ਚੀਜ਼ ਹੈ। ਜਮ ਡੰਡਿਆਂ ਦੀ ਸੱਟਾਂ ਮਾਰਦੇ ਨੇ ਤੇ ਉਹ ਨਹੀਂ ਖਾਏ ਖਾਂਦੇ। ਸੰਸਾਰੀ ਲੋਕਾਂ ਦੀਆਂ ਤਰਕਾਂ, ਲਾਹਣਤਾਂ, ਪ੍ਰਤੱਖ, ਜੇ ਕੋਈ ਮਾੜਾ ਕੰਮ ਹੋਏ ਲਾਹਣ ਤਾਂ ਨਹੀਂ ਪਾਉਂਦੇ ਲੋਕ, ਜਾਂ ਫਿਰ ਜੂਨਾਂ ਦੇ ਭੜਕਣ ਰੂਪ ਚੋਟਾਂ ਨਹੀਂ ਖਾਂਦੇ। ਇਹ ਵੀ ਚੋਟਾਂ ਨਹੀਂ, ਕਦੇ ਕਿਸੇ ਜਨਮ 'ਚ, ਕਦੇ ਕਿਸੇ ਜਨਮ 'ਚ ਠੋਕਰਾਂ, ਚੋਟਾਂ ਹੀ ਖਾ ਰਿਹਾ ਜੀ। ਤੋ ਇਸ ਕਰਕੇ ਜਿਹੜੇ ਨਾਮ ਦਾ ਮੰਨਣ ਕਰਦੇ ਨਾ, ਉਹ ਜੂਨਾਂ ਦੀਆਂ ਭੜਕਣ ਦੀਆਂ ਚੋਟਾਂ ਨਹੀਂ ਖਾਂਦੇ। ਨਾਮ ਦਾ ਮੰਨਣ ਕਰਨ ਵਾਲੇ ਜਿਹੜੇ ਗੁਰਮੁਖ ਜਨ ਆਪਣੇ ਸੋ ਗੁਣਾਂ ਨੂੰ ਕਾਮ ਆਦਿਕਾਂ ਦੇ ਨਾਲ ਮੋਹੇ ਮੁਹਾ ਕੇ, ਭਾਵ ਲੁਟਾ ਕੇ, ਮੋਹ ਦੀਆਂ ਚੋਟਾਂ ਨਹੀਂ ਖਾਂਦੇ। ਠੱਗੀ ਨਹੀਂ ਵੱਜਦੀ ਉਹਨਾਂ ਦੇ ਨਾਲ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਠੱਗੀ ਮਾਰਨ ਵਾਲੇ ਬਿਨ ਸਜਾਉਂਦੇ ਨੇ, ਕਾਮ, ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਮੰਨੈ ਜਮ ਕੈ ਸਾਥ ਨ ਜਾਏ, ਤੇ ਵਾਹਿਗੁਰੂ ਦੇ ਨਾਮ ਨੂੰ ਮੰਨੇ ਮੰਨਣ ਵਾਲੇ, ਅੰਤ ਦਾ ਵੇਲਾ ਤਾਂ ਸਾਰਿਆਂ ਤੇ ਆਉਣਾ ਹੈ। ਇਹਦੇ 'ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ, ਸਭ ਦੇ ਉੱਤੇ ਆਏਗਾ। ਔਰ ਉਹੀ ਵੇਲਾ ਔਖਾ ਹੈ। ਉਹਨੂੰ ਚੇਤੇ ਨਾ ਕਰਨ ਕਰਕੇ ਅਸੀਂ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਕਿਉਂਕਿ ਉਹ ਸਾਨੂੰ ਭੁੱਲਿਆ ਹੋਇਆ ਹੈ। ਮੂਰਖ ਮਰਨ ਵਿਗਾੜਿਆ, ਅਸੀਂ ਆਪਣਾ ਮਰਨਾ ਵਿਗਾੜ ਰਹੇ ਹਾਂ। ਜਿਹਦੇ ਮੌਤ ਚੇਤੇ ਰਹੇਗੀ, ਉਹਦੇ ਰੱਬ ਚੇਤੇ ਰਹੇਗਾ। ਮੌਤ ਦੀ ਯਾਦ ਹੈ ਜਿਹੜੀ, ਮੌਤ ਦੀ ਬੁੱਕਲ ਹੈ ਜਿਹੜੀ, ਮੌਤ ਦੀ ਬੁੱਕਲ ਦੇ ਵਿੱਚ ਰੱਬ ਲੁਕਿਆ ਹੋਇਆ ਹੈ, ਇਉਂ ਕਹਿ ਲਓ। ਜਿਹਨੇ ਮੌਤ ਦੇ ਯਾਦ ਦੀ ਚਾਦਰ ਓढ़ ਲਈ, ਉਹਦੀ ਬੁੱਕਲ ਦੇ ਚੋਂ ਰੱਬ ਪ੍ਰਗਟ ਹੋਏਗਾ ਹੋਏਗਾ। ਜਿੰਨੇ ਗਲਤ ਕੰਮ ਨੇ ਉਹ ਭੁੱਲ ਕੇ ਹੁੰਦੇ ਨੇ, ਮੌਤ ਨੂੰ ਭੁੱਲ ਕੇ ਹੁੰਦੇ ਨੇ। ਮੰਨੈ ਜਮ ਕੇ ਸਾਥ ਨਾ ਜਾਏ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਮੰਨ ਲੈਂਦਾ ਹੈ,
ਜਮਾਂ ਦੇ ਸਾਥ ਕੀ ਸੰਗੀ ਹੋ ਕੇ ਜਿਵੇਂ ਉਹ ਫੜ ਕੇ ਲੈ ਕੇ ਜਾਂਦੇ ਐ। ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਣ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਉਹਨਾਂ ਦੇ ਨਾਲ ਨਹੀਂ ਭੇਜ ਜਾਣਾ ਪਿਆ, ਉਹਨਾਂ ਦਾ ਸੰਗੀ ਹੋ ਕੇ ਨਰਕਾਂ ਨੂੰ ਨਹੀਂ ਜਾਏਗਾ, ਬਲਕਿ ਰਾਮਗਣ ਉਹਨੂੰ ਸਤਿਕਾਰ ਨਾਲ ਬੈਕੁੰਠ ਲੈ ਕੇ ਜਾਣਗੇ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਬਰਤ ਸੁਖਦੇਵ ਨੂੰ ਆਦਰ ਦੇਣਗੇ। ਮੰਨਣ ਕਰਨ ਦੇ ਨਾਲ ਕਹਿ ਦੇ ਕਸੇ ਕਰਕੇ ਜੰਮਣ ਮਰਨ ਵਾਲਾ ਜਿਹੜਾ ਇਹ ਸਰੀਰ ਦਾ ਜੰਮਣ ਮਰਨ ਵਾਲੇ ਸਰੀਰ ਦਾ ਜਿਹੜਾ ਸਾਥੀ ਹੋ ਕੇ ਦੇਹ ਅਧਿਆਸ ਧਾਰਨ ਕਰਕੇ ਮੁੜ ਕੇ ਜਾਏ ਕਿ ਇਹ ਜੰਮੇਗਾ ਨਹੀਂ, ਦੁਬਾਰੇ ਨਹੀਂ ਜੰਮੇ, ਜੰਮਣ ਮਰਨਾ ਖਤਮ ਹੋ ਜਾਏਗਾ ਉਸ ਦਾ। ਇਹਦੇ ਉੱਤੇ ਗ੍ਰੰਥਾਂ ਦੇ ਵਿੱਚ ਅਜਾਮਲ ਦੀ ਬਾਤ ਆਉਂਦੀ, ਬੜੀ ਸਪਸ਼ਟ ਜੀ ਹੈ ਇਹਦੀ ਸਾਖੀ। ਉਹ ਕਾਨਕ ਬੁੱਝ ਜਾਤੀ ਦਾ ਬ੍ਰਾਹਮਣ ਸੀ। ਇਹਦਾ ਪਿਤਾ ਸੀ ਰਾਜ ਪੁਰੋਹਿਤ। ਰਾਜਿਆਂ ਦੇ ਕੋਲ ਅੱਗੇ ਰਾਜ ਪੁਰੋਹਿਤ ਰੱਖੇ ਹੁੰਦੇ ਸੀ। ਇਹ ਰਾਜ ਪੁਰੋਹਿਤ ਸੀ, ਬੜੀ ਪ੍ਰਥਾ ਚੱਲੀ ਹੈ ਦੂਰ ਤੱਕ। ਇਹ ਅਜਾਮਲ ਨੂੰ ਉਸ ਵੇਲੇ ਜਦੋਂ ਵਿਦਿਆ ਕਾਲ ਸੀ, ਇਹਨੂੰ ਕਹਿ ਦਿੱਤਾ ਵੀ ਤੂੰ ਜੇ ਮੈਂ ਵਿਦਿਆ ਪੜ੍ਹਿਆ ਬੇਟਾ, ਅੱਜ ਮੈਂ ਰਾਜ ਪੁਰੋਹਿਤ ਹਾਂ, ਕੱਲ ਨੂੰ ਤੈਂ ਮੇਰੇ ਥਾਂ ਰਾਜ ਪੁਰੋਹਿਤ ਬਣਨਾ, ਇਸ ਕਰਕੇ ਵਿਦਿਆ ਧਿਆਨ ਨਾਲ ਪੜ੍ਹ। ਵਿਦਿਆ ਪੜ੍ਹਨ ਵੇਲੇ ਇੱਕ ਨਿਯਮ ਰੱਖਿਆ ਹੋਇਆ ਸੀ, ਜਿਹੜਾ ਵਿਦਿਆਰਥੀ ਉਹ ਬ੍ਰਹਮਚਰਜ ਰੱਖੇ। ਜਾਗਰਤ ਹੈ ਇੱਕ ਪਾਸੇ, ਕਿ ਸੁਪਨੇ ਦੇ ਵਿੱਚ ਵੀ ਉਹਦੀ ਵਿਕਾਰੀ ਭਾਵਨਾ ਹੋ ਕੇ ਉਹਦਾ ਸਰੀਰ ਅਪਵਿੱਤਰ ਨਾ ਹੋਵੇ, ਇੱਥੇ ਤੱਕ ਬੰਨ੍ਹ ਕੇ ਰੱਖੇ, ਬ੍ਰਹਮਚਰਜ ਰੱਖੇ। ਵਿਦਿਆ ਤਾਂ ਪੜ੍ਹਾਉਂਦੀ ਹੈ। ਤੇ 25 ਸਾਲ ਤੱਕ ਵਿਦਿਆ ਦਾ ਵਿਧਾਨ ਸੀ। ਜਿਹੜਾ ਆਸ਼ਰਮ ਸੀ ਮਹਾਂਪੁਰਸ਼ ਦਾ, ਜਿਹੜਾ ਉਹਨੂੰ ਪੜ੍ਹਾਉਂਦਾ ਸੀ ਵਿਦਵਾਨ, ਬੜਾ ਕਰਨੀ ਵਾਲਾ ਸਾਧੂ ਸੀ। ਤੇ ਅਜਾਮਲ ਜਿਹੜੇ ਸ਼ਹਿਰ ਦੇ ਵਿੱਚ ਇਹਦੇ ਪਿਤਾ ਦਾ ਰਾਜੇ ਦੀ ਨਗਰੀ 'ਚ ਰਹਿ ਰਹੇ ਸੀ। ਪਿੰਡਾ ਦੂਰ ਦਾ ਪੈਂਦਾ ਸੀ ਤੇ ਹੁਣ ਦੇ ਹਿਸਾਬ 2-2.5 ਕੋਹਾਂ ਘੁੰਮ ਕੇ ਜਾਂਦਾ ਸੀ। ਉਹਦਾ ਕਾਰਨ ਕੀ ਸੀ? ਇਹਦੇ ਗੁਰੂ ਨੇ ਕਹਿ ਦਿੱਤਾ ਸੀ ਤੂੰ ਬਾਜ਼ਾਰ ਦੇ ਵਿੱਚ ਦੀ ਕਦੇ ਨਹੀਂ ਆਉਣਾ। ਕਹਿੰਦਾ ਜੀ ਸਤਿ ਨਹੀਂ ਆਊਗਾ, ਘੁੰਮ ਕੇ ਆਉਣਾ ਪੈਂਦਾ ਸੀ ਦੂਰ ਦੀ। 4 ਵੇਦ ਪੜ੍ਹ ਗਿਆ, 6 ਸ਼ਾਸਤਰ ਪੜ੍ਹ ਗਿਆ, ਵੇਦ ਦੇ ਖੱਟ ਅੰਗ ਉਹ ਵੀ ਪੜ੍ਹ ਗਿਆ, ਸਿਮਰਤੀਆਂ ਪੜ੍ਹ ਗਿਆ, ਵੇਦ ਸ਼ਾਸਤਰ ਪੜ੍ਹ ਕੇ ਪੂਰਨ ਗਿਆਤਾ ਹੋ ਗਿਆ। ਤੇ ਪੂਰਨ ਗਿਆਤਾ ਹੋ ਕੇ ਵਿਦਿਆ ਮੁਕੰਮਲ, ਉਹ ਇੱਕ ਦਿਨ ਇਹਦਾ ਗੁਰੂ ਪੁੱਛਦਾ ਹੈ ਕਿ ਅਜਾਮਲ ਤੇਰੀ ਅੱਗੇ ਵਰਗੀ ਰੁਚੀ ਨਹੀਂ ਰਹੀ, ਕਾਰਨ ਕੀ ਹੋ ਗਿਆ? ਕਾਰਨ ਕੀ ਸੀ ਵੀ ਆਪਣੇ ਗੁਰੂ ਦਾ ਬਚਨ ਤੋੜ ਦਿੱਤਾ ਇਹਨੇ? ਉਹ ਕਹਿੰਦਾ ਕੀ ਹੋਣ ਲੱਗਿਆ, ਮੈਂ ਵਿੱਚ ਦੀ ਚੱਲਦਾ। ਹੁਣ ਜਿਹੜੇ ਰਸਤੇ ਵਿੱਚ ਦੀ ਆਉਂਦੇ ਸੀ ਉੱਥੇ ਬੇਸਵਾਵਾਂ ਦੇ ਕੋਠੇ ਸੀ। ਰਾਜਿਆਂ ਨੇ ਪੁਰਾਣੇ ਸਮੇਂ 'ਚ ਬੇਸਵਾਵਾਂ ਨੂੰ, ਉਹਨਾਂ ਨੂੰ ਇਹ ਆਗਿਆ ਦਿੱਤੀ ਹੁੰਦੀ ਵੀ ਸੰਸਾਰ ਦੇ ਵਿੱਚ ਵਿਭਚਾਰ, ਪਿੰਡਾਂ ਦੇ ਵਿੱਚ ਕੋਈ ਜ਼ਬਰਦਸਤੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਲੁੱਟੇ। ਉਹ ਬੇਸਵਾਵਾਂ ਦਾ ਬਾਜ਼ਾਰ ਹੀ ਇੱਕ ਪਾਸੇ ਵੱਖਰਾ ਕਰ ਦਿੱਤਾ। ਵਿਕਾਰੀ ਲੋਕਾਂ ਨੇ ਹਟਣਾ ਤਾਂ ਹੈ ਨਹੀਂ, ਜੀਵਨ ਗਰਕ ਕਰਨੇ ਕਰਨ। ਇਹ ਰਾਜਿਆਂ ਦਾ ਸੀ, ਪਰਮੇਸ਼ਰ ਵੱਲੋਂ ਤਾਂ ਇਹ ਵਿਧਾਨ ਹੀ ਨਹੀਂ ਹੈ, ਪਰ ਰਾਜਿਆਂ ਦਾ ਬਣਾਇਆ ਹੋਇਆ ਸੀ। ਇੱਕ ਨੌਜਵਾਨ ਬੇਸਵਾ, ਉਹ ਅਜਾਮਲ ਦੇ ਉੱਤੇ ਉਹਦਾ ਮਨ ਆ ਗਿਆ, ਅਜਾਮਲ ਦਾ ਉਹਦੇ ਉੱਤੇ ਆ। ਰੋਜ਼-ਰੋਜ਼ ਦੇਖਣਾ, ਰੋਜ਼-ਰੋਜ਼ ਹੱਸਣਾ, ਰੋਜ਼-ਰੋਜ਼ ਇਸ਼ਾਰੇ ਕਰਨੇ। ਇੱਕ ਦਿਨ ਬੇੜਾ ਗਰਕ ਹੋਏ ਜਾਂਦਾ। ਫਿਰ ਉਹ ਬੇਸਵਾ ਪਰ ਗੁਪਤ ਰੂਪ ਦੇ ਵਿੱਚ ਜਾਂਦਾ ਰਿਹਾ। ਵਿਦਿਆ ਪੂਰੀ ਹੋ ਗਈ ਸੀ। ਇਹਦੇ ਗੁਰੂ ਨੇ ਕਹਿ ਦਿੱਤਾ ਵੀ ਹੁਣ ਤੂੰ ਠੀਕ ਹੈ, ਵਿਦਿਆ ਪੂਰੀ ਹੋ ਗਈ, ਵੀ ਤੇਰੀ ਮਰਜ਼ੀ ਹੈ, ਪਰ ਤੇਰੀ ਤਾਂ ਰੁਚੀ ਨਹੀਂ ਰਹੀ ਹੋਗੀ। ਜਦੋਂ ਉਹਦੇ ਗੁਰੂ ਨੂੰ ਪਤਾ ਲੱਗਿਆ, ਉਹਦੇ ਸ਼ਿਸ਼ ਨੇ ਦੱਸਿਆ ਜੀ ਇਹ ਤਾਂ ਉੱਥੇ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ, ਤੁਹਾਡਾ ਬਚਨ ਤੋੜ ਦਿੱਤਾ, ਅਜੇ ਹੋਰ ਕੋਈ ਗੱਲ ਪ੍ਰਗਟ ਨਹੀਂ ਹੋਈ। ਕਹਿੰਦਾ ਵੀ ਗੱਲ ਸੁਣ ਲੈ, ਵਿਦਿਆ ਜਿੰਨੀ ਮਰਜ਼ੀ ਪੜ੍ਹ ਗਿਆ ਤੂੰ, ਤੈਂ ਮੇਰਾ ਬਚਨ ਤੋੜ ਦਿੱਤਾ ਤੇ ਹੁਣ ਵਿਦਿਆ ਸਫਲ ਹੀ ਨਹੀਂ ਹੋਊਗੀ। ਗੁਰੂ ਦੇ ਕੋਲੋਂ ਇਹ ਕਿਹਾ ਗਿਆ, ਵਿਦਿਆ ਨਹੀਂ ਸਫਲੀ ਹੋਊਗੀ। ਵਿਦਿਆ ਸਫਲੀ ਤਾਂ ਸੀ ਜੋ ਮੇਰੀ ਆਗਿਆ ਦਾ ਪਾਲਣ ਕਰਦਾ। ਇਹ ਅਧਿਕਾਰ ਈਸ਼ਵਰ ਨੇ ਵਿਦਿਆ ਪੜ੍ਹਾਉਣ ਵਾਲੇ ਨੂੰ ਦਿੱਤਾ ਹੈ, ਆਦੋਂ ਹੈ। ਇਸ ਕਰਕੇ ਸਤਿਕਾਰ ਪਿਤਾ ਦੀ ਨਹੀਂ ਹੈ। ਪਿਤਾ ਦੀ ਮੌਤ ਹੋ ਗਈ, ਰਾਜ ਪੁਰੋਹਿਤ ਰਾਜੇ ਦਾ ਲੱਗ ਗਿਆ। ਕਥਾ ਬੜੀ ਸੋਹਣੀ ਆਣਦਾ ਸੀ, ਪਰ ਵਿਸਵਾ ਦੇ ਜਾਂਦਾ ਆਪਣੀ ਵਿਆਹੁਤਾ ਔਰਤ ਦਾ
ਚੰਗੇ ਘਰਾਣੇ ਦੀ ਬੀਬੀ ਇਹਦੇ ਘਰੋਂ ਉਹਦਾ ਵੀ ਕੋਈ ਖਿਆਲ ਨਹੀਂ ਰੱਖਿਆ। ਹੌਲੀ ਹੌਲੀ ਗੱਲ ਪ੍ਰਗਟ ਹੁੰਦੀ ਹੁੰਦੀ ਰਾਜੇ ਤੱਕ ਪਹੁੰਚ ਗਈ। ਮੈਂ ਮਹਾਰਾਜ ਤੁਹਾਡਾ ਰਾਜ ਪੁਰੋਹਿਤ ਤਾਂ ਉੱਥੇ ਬੇਸਵਾ ਦੇ ਫਿਰਦਾ ਸੀ, ਤੇ ਬੇਸਵਾ ਦੇ ਜਾਣ ਕਰਕੇ ਸ਼ਰਾਬ ਵੀ ਪੀਣ ਲੱਗ ਗਿਆ ਕਿਤੇ ਲੁਕ ਛਿਪ ਕੇ। ਰਾਜੇ ਨੇ ਆਪਣੀ CID ਨਾਲ ਲਾ ਦਿੱਤੀ, ਰੰਗੇ ਹੱਥੀਂ ਫੜ ਲਿਆ। ਜਦੋਂ ਫੜ ਲਿਆ ਕਚਹਿਰੀ ਲਾ ਕੇ ਸਜ਼ਾ ਦਿੱਤੀ, ਅਜਾਮਲ ਅੱਜ ਤੱਕ ਤੁਸੀਂ ਰਾਜ ਪੁਰੋਹਿਤ ਪੰਡਿਤ ਵਿਦਵਾਨ, ਮੈਂ ਆਪਣੀ ਪ੍ਰਜਾ ਨੂੰ ਹੁਕਮ ਦੇਣਾ ਇਸ ਗੰਦੀ ਬੇਸਵਾ ਨੂੰ ਤੇ ਇਹੋ ਜਿਹੇ ਗੰਦੇ ਕਥਾਵਾਚਕ ਨੂੰ ਧੱਕੇ ਮਾਰ ਕੇ ਮੇਰੀ ਹੱਦ ਤੋਂ ਬਾਹਰ ਕੱਢ ਦਿਓ। ਜਿੱਥੇ ਤੱਕ ਮੇਰਾ ਰਾਜਾ ਮੇਰੀ ਹੱਦ ਤੱਕ ਦਾ ਪੈਰ ਬੰਨੇ ਤੋਂ ਅੰਦਰ ਨਹੀਂ ਆਉਣਾ, ਨਹੀਂ ਫਿਰ ਤੈਨੂੰ ਬ੍ਰਾਹਮਣ ਕਰਕੇ ਛੱਡਦਾ, ਨਹੀਂ ਤੈਨੂੰ ਮੈਂ ਸਜ਼ਾ ਮੌਤ ਦੀ ਦੇਣੀ ਸੀ। ਤੇ ਸਾਰਾ ਕੁਝ ਤੈਸ਼ ਨੈਤ ਹੋ ਗਿਆ। ਰਾਜੇ ਦਾ ਰਾਜ ਛੱਡ ਕੇ ਜਾਵੇ ਕਿੱਥੇ? ਗਵਾਂਢੀ ਰਾਜਿਆਂ ਤੱਕ ਪਤਾ ਲੱਗਿਆ ਤੇ ਕੋਈ ਵੜ ਨਹੀਂ ਦਿੰਦਾ, ਸ਼ਕਲ ਨਹੀਂ ਦੇਖਣੀ ਜਾਂਦਾ, ਪਿੰਡ 'ਚ ਮੰਗਿਆ ਰੋਟੀ ਨਹੀਂ ਦਿੰਦਾ, ਜੰਗਲ ਦੇ ਜਾ ਕੇ ਕੁਟੀਆ ਬਣਾ ਲਈ। ਸਭ ਕੁਝ ਖਤਮ ਹੋ ਗਿਆ, ਧਨ ਵੀ ਨਹੀਂ ਰਿਹਾ, ਇੱਜ਼ਤ ਵੀ ਨਹੀਂ ਰਹੀ। ਇਹਦਾ ਜੀਵਨ ਫਿਰ ਸ਼ੁਰੂ ਹੋਇਆ ਸ਼ਿਕਾਰ ਨੂੰ ਜਾਣਾ। ਜੇ ਚਿੜੀਆਂ ਡਿੱਕੇ ਆ ਗਈਆਂ, ਚਿੜੀਆਂ ਫੜ ਲੈਣੀਆਂ, ਉਹਨਾਂ ਨੂੰ ਭੁੰਨ ਕੇ ਖਾਣਾ। ਤੇ ਇਹ ਸਿਲਸਿਲਾ ਬੜੀ ਦੇਰ ਤੱਕ ਇਹ ਚੱਲਦਾ ਰਿਹਾ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦਾ ਸਾਰਾ ਵੇਰਵਾ ਦਿੱਤਾ ਹੈ ਆਪਣੀਆਂ 12 ਦੇ ਅੰਦਰ। ਪਤਦ ਅਜਾਮਲ ਪਾਪ ਕਰ ਜਾਏ, ਕਲਵਤ ਨਹੀਂ ਦੇ ਰਿਹਾ, ਗੁਰ ਤੇ ਬੇਮੁਖ ਹੋਏ ਗਏ, ਪਾਪ ਕਮਾਵੇ ਦੁਰਮਤ ਦਹਿਆ। ਤੇ ਇਸ ਕਰਕੇ ਫਿਰ ਇਹ ਘਰ ਦੇ ਵਿੱਚ ਹੁਣ ਬੱਚੇ ਇੱਕ ਤੋਂ ਬਾਅਦ 2, 3, 4 ਹਰ ਵਕਤ ਇਕੱਠੇ ਰਹਿਣਾ, ਵਿਸ਼ੇ ਪ੍ਰੈਣ ਰਹਿਣਾ। 6 ਪੁੱਤਰ ਇਹਨੇ ਜੰਮੇ ਜੰਗਲ ਦੇ ਵਿੱਚ। ਤੇ ਖੁਰਾਕ ਕਦੇ ਕੰਦਮੂਲ, ਕਦੇ ਕੁਛ, ਜ਼ਿੰਦਗੀ ਬਰਬਾਦ। ਰੋਇਆ ਕਰੇ ਇਹ ਮੇਰੇ ਕੋਲੋਂ ਕੀ ਹੋ ਗਿਆ, ਕਿੱਡੀ ਬੜੀ ਇੱਜ਼ਤ ਸੀ, ਐਡੀ ਵੱਡੀ ਸਜ਼ਾ ਰੱਬ ਨੇ ਦੇ ਦਿੱਤੀ ਹੈ। ਤੇ ਅਚਾਨਕ ਇੱਕ ਦਿਨ ਐਸਾ ਹੋਇਆ, ਇਹਦੀ ਕੁਟੀਆ ਦੇ ਵਿੱਚ 2 ਛੱਪਰ ਬਣਾਏ ਹੋਏ ਸੀ, ਇੱਕ ਨੇ ਆਪਣੇ ਵਾਸਤੇ, ਇੱਕ ਨਿਆਣਿਆਂ ਵਾਸਤੇ। ਤੇ ਉਹਨਾਂ ਦੇ ਕਿਉਂਕਿ ਟੱਬਰ ਵੱਡਾ ਹੋ ਗਿਆ ਸੀ, 2 ਮਹਾਤਮਾ, ਇੱਕ ਮਹਾਤਮਾ ਦਾ ਸ਼ੇਸ਼ 2 ਆ ਗਏ। ਰਾਤ ਦਾ ਟਾਈਮ ਸੀ ਤੇ ਉੱਤੇ ਬਾਰਿਸ਼ ਪੈਣ ਲੱਗੀ ਥੋੜੀ ਥੋੜੀ। ਉਹਨੇ ਕਿਹਾ ਵੀ ਉਹ ਕਿਸੇ ਦੀ ਜੰਗਲ 'ਚ ਕੁਟੀਆ, ਚਲੋ ਇੱਥੇ ਚੱਲਦੇ ਆ, ਰਸਦਾ ਵਸਦਾ ਘਰ ਹੈ। ਘਰ ਦੇ ਵਿੱਚ ਬੇਸਵਾ ਸੀ, ਅਜਾਮਲ ਗਿਆ ਹੋਇਆ ਸੀ ਸ਼ਿਕਾਰ ਕਰਨ, ਚਿੜੀਆਂ ਚੂੜੀਆਂ ਫੜ ਕੇ ਲਿਆਇਆ ਸੀ, ਸ਼ਿਕਾਰ ਉਹਦੇ ਕੋਲ ਹੈ। ਮਹਾਤਮਾ ਆਏ ਤੇ ਪੂਰਬਲਾ ਜਿਹੜਾ ਕਰਮ ਹੈ ਨਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੇ ਸੋਏ ਜਾਗੀ। ਇਹ ਕੋਈ ਭਾਗ ਜਾਗਦਾ ਹੈ, ਜਾਗਿਆ। ਅੱਜ ਬੇਸਵਾ ਨੇ ਪਹਿਲੇ ਦਿਨ ਚੰਗਾ ਕੰਮ ਕੀਤਾ ਜ਼ਿੰਦਗੀ 'ਚ ਕਿ ਇੱਕ ਸੰਤ ਦੇ ਚਰਨਾਂ ਨੂੰ ਛੋਇਆ, ਮੱਥਾ ਟੇਕਿਆ, ਸਤਿਕਾਰ ਕੀਤਾ, ਬਿਠਾਇਆ ਕੁਟੀਆ ਦੇ ਵਿੱਚ, ਉਹਨਾਂ ਦੇ ਚਰਨ ਧੋਤੇ ਗਰਮ ਪਾਣੀ ਦੇ ਨਾਲ। ਉਹਨੇ ਕਿਹਾ ਬੀਬੀ ਤੂੰ ਕੱਲੀ ਰਹਿਣੀ ਇੱਥੇ? ਕਹਿੰਦੀ ਜੀ ਨਹੀਂ, ਮੇਰੇ ਘਰ ਵਾਲਾ ਆਉਣ ਹੀ ਵਾਲਾ ਹੈ। ਇੰਨੇ ਨੂੰ ਅਜਾਮਲ ਆ ਗਿਆ ਬਾਹਰ ਨਿਕਲ ਕੇ, ਕਹਿੰਦੀ ਗੱਲ ਸੁਣ ਲੈ, ਅੱਜ ਤੱਕ ਤੈਂ ਵੀ ਮਾੜੇ ਕਰਮ ਬਹੁਤ ਕਰ ਲਏ, ਮੈਂ ਵੀ ਬਥੇਰੇ ਕਰ ਲਏ, ਅੱਜ ਰੱਬ ਨੇ ਮੌਕਾ ਦਿੱਤਾ ਚੰਗਾ ਕੰਮ ਕਰਨ ਦਾ। ਸੰਤ ਆਏ ਨੇ, ਆ ਦੇਖ ਕੇ ਸ਼ਿਕਾਰ, ਰੋਟੀ ਨਹੀਂ ਖਾਣੀ ਇਹਨਾਂ ਨੇ, ਕੀ ਖਿਲਾਵਾਂਗੇ ਇਹਨਾਂ ਨੂੰ? ਇਹ ਕਹਿਣਗੇ ਸ਼ਿਕਾਰੀ ਦੇ ਘਰ ਆ ਗਏ, ਪਾਪੀ ਹੈ ਤਾਂ। ਅਜਾਮਲ ਪਾਪੀ ਜਗ ਜਾਣੇ, ਸੰਸਾਰ ਸਾਰਾ ਜਾਣਦਾ ਸੀ ਪਾਪੀ ਹੈ। ਛੱਡ ਦੇ ਜਾਨਵਰ ਉਹਨੇ, ਔਰ ਜਿਹੜੇ ਮਰੇ ਹੋਏ ਸੀ ਗਾਹਾਂ ਕਿਸੇ ਹੋਰ ਨੂੰ ਦੇ ਦਿੱਤੇ ਜਾਂ ਕੀ ਕਰਿਆ, ਛੱਡ ਦਿੱਤੇ। ਹੱਥ ਪੈਰ ਧੋਤੇ, ਸੰਤਾਂ ਦੇ ਚਰਨਾਂ 'ਚ ਮੱਥਾ ਟੇਕਿਆ, ਆਸ਼ੀਰਵਾਦ ਦਿੱਤੀ। ਘਰ ਦੇ ਵਿੱਚ ਕੁਝ ਪਦਾਰਥ, ਛੋਲੇ ਚਣੇ, ਜਿਹੜੇ ਸੁੱਕਾ ਪਦਾਰਥ ਐ ਸੀ, ਉਬਾਲ ਕੇ ਮਾੜਾ ਮੋਟਾ ਜਿਹੜਾ ਜਿਹਾ ਸੀ ਸਰਦਾ ਵਰਦਾ ਸੰਤਾਂ ਨੂੰ ਛਕਾਇਆ। ਮੁੱਠੀ ਚਾਪੀ ਕਰਦੇ ਨੇ ਦੋਨੇ ਜਣੇ। ਤੇ ਕਹਿੰਦੇ ਭਾਈ ਕੀ ਕਰਦੇ ਹੁੰਦੇ ਹੋ? ਉਹ ਬਿਮਾਰੀ ਰੋ ਕੇ ਕਹਿੰਦਾ ਮਹਾਰਾਜ ਮੈਂ ਤਾਂ ਰਾਜ ਪੁਰੋਹਿਤ ਸੀ। ਕਹਿੰਦੇ ਆ ਫਿਰ ਪਾਣਾ? ਕਹਿੰਦਾ ਜੀ ਆ ਬੈਠੀ ਹੈ, ਇਹ ਬੇਸਵਾ ਸੀ, ਮੈਂ ਤਾਂ ਪਾਪੀ ਆ ਮਹਾਰਾਜ, ਵੀ ਕਿਤੇ ਸਾਡਾ ਪਾਪ ਦਾ ਦਾਗ ਤੁਹਾਨੂੰ ਨਾ ਕਿਤੇ ਲੱਗ ਜਵੇ, ਤੁਸੀਂ ਗਲਤ ਜਗ੍ਹਾ ਆ ਗਏ, ਪਰ ਤੁਸੀਂ ਵੀ ਸਾਡੇ ਧਨ ਭਾਗ। ਉਹ ਕਹਿੰਦੇ ਭਾਈ ਅਸੀਂ ਤਾਂ ਬ੍ਰਹਮ ਹੀ ਦੇਖਦੇ ਹਾਂ ਸਾਰੇ, ਅਸੀਂ ਨਹੀਂ ਪਾਪੀ ਪੁੰਨੀ ਦੇਖਦੇ ਹੁੰਦੇ।
ਤੂੰ ਕੈਸਾ ਹੈ, ਮੇਰਾ ਕੀ ਲੈਣਾ, ਪਰ ਤੂੰ ਮੇਰੀ ਸੇਵਾ ਕੀਤੀ ਸਾਡੀ। ਔਰ ਰੋ ਰੋ ਕੇ ਕਹਿੰਦਾ ਮਹਾਰਾਜ ਵੀ ਸਾਡੇ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਸਕਦਾ ਹੈ। ਸੰਤ ਕਹਿੰਦੇ ਕਿਉਂ ਨਹੀਂ ਹੋ ਸਕਦਾ? ਕਹਿੰਦੇ ਜੀ ਕੋਈ ਜੁਗਤੀ ਦੱਸ ਦਿਓ। ਸੰਤਾਂ ਨੇ ਦੇਖਿਆ ਵੀ ਹਿਰਦੇ ਦੋਨਾਂ ਦੀ ਮਲੀਨ, ਬੰਦਗੀ ਇਹਨਾਂ ਤੋਂ ਹੋਣੀ ਨਹੀਂ। ਕਹਿੰਦੇ ਵੀ ਇੱਕ ਹੋ ਸਕਦਾ ਹੈ। ਕਿੰਨੇ ਬੱਚੇ ਨੇ? ਕਹਿੰਦੇ 6 ਨੇ, ਤੇ 7ਵਾਂ ਬੱਚਾ ਹੋਣ ਵਾਲਾ ਹੈ। ਪਤਾ ਨਹੀਂ ਲੜਕੀ ਹੋਊਗੀ ਜਾਂ ਲੜਕਾ ਹੋਊਗੀ, 7ਵਾਂ ਬੱਚਾ ਹੋਣ ਵਾਲਾ ਪੇਟ 'ਚ ਹੈ। ਕਹਿੰਦੇ ਭਾਈ ਐਂ ਕਰਿਓ, ਜਿਹੜਾ ਪੇਟ ਵਾਲਾ ਬੱਚਾ ਹੈ, ਅੱਜ ਦੀ ਕਥਾ ਵਾਰਤਾ ਦਾ ਉਹ ਬੱਚੇ ਤੇ ਵੀ ਅਸਰ ਹੋਊਗਾ, ਤੁਹਾਡੇ ਤੇ ਵੀ ਹੋਊਗਾ, ਵੀ ਤੁਸੀਂ ਸਾਡਾ ਵਚਨ ਮੰਨ ਕੇ ਉਹਦਾ ਨਾਮ ਨਾਰਾਇਣ ਰੱਖ ਦਿਓ। ਤੁਹਾਡਾ ਆਧਾਰ ਉਹਨੇ ਕਰਨਾ ਹੈ, ਤੁਹਾਡੀ ਕਲਿਆਣ ਹੋ ਜੂ ਦੋਨਾਂ ਦੀ। ਸੰਤਾਂ ਨੇ ਵਚਨ ਕਰਤਾ, ਬਿਰਥਾ ਨਾ ਸਾਧ ਮਲਾਪ, 7 ਵਚਨ ਸੰਤ ਕਹਿ ਕੇ ਚਲੇ ਗਏ। ਬੱਚਾ ਹੋਇਆ, ਗੁਰੂ ਦੇ ਮੁਖ ਦੁਆਰਾ ਮਿਲਿਆ ਵਚਨ ਤੇ ਨਾਮ ਨਾਰਾਇਣ ਰੱਖ ਦਿੱਤਾ। ਨਾਰਾਇਣ ਕਹਿ ਕੇ ਉਹਦੇ ਨਾਲ ਪਿਆਰ ਬਹੁਤਾ ਕਰਨ, ਕਿਉਂਕਿ ਪਤਾ ਸੀ ਵੀ ਨਹੀਂ ਆਧਾਰ ਕਰਨਾ ਹੈ। ਸੰਤਾਂ ਨੇ ਤਾਂ ਜੁਗਤੀ ਕਰੀ ਸੀ, ਬੱਚੇ ਨੇ ਕੀ ਆਧਾਰ ਕਰਨਾ ਸੀ ਭਲਾ। ਸਮਾਂ ਆਇਆ, ਅਜਾਮਲ ਦਾ ਅੰਤ ਵੇਲਾ ਸਮਾਂ ਆ ਗਿਆ, ਤੇ ਜਮਦੂਤ ਆ ਗਏ ਲੈਣ ਵਾਸਤੇ। ਉਹਨਾਂ ਨੂੰ ਦੇਖ ਕੇ ਨਾ ਫਿਰ ਉਹ ਸੰਤਾਂ ਦਾ ਵਚਨ ਆਇਆ, ਪੁੱਤਰ ਨੂੰ ਹਾਕਾ ਮਾਰਦਾ, ਪੁੱਤਰ ਨਾਰਾਇਣ ਮੈਨੂੰ ਛੁਡਾ ਲੈ ਜਮਾਂ ਤੋਂ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ। ਜਦੋਂ ਬਾਹਲੇ ਨੇੜੇ ਹੋ ਗਏ ਉਹ ਮਾਰਨ ਵਾਸਤੇ, ਫਿਰ ਪੁੱਤਰ ਸ਼ਬਦ ਤਾਂ ਵਿਸਰ ਗਿਆ। ਕਹਿੰਦਾ ਨਾਰਾਇਣ ਛੁਡਾ ਲੈ, ਨਾਰਾਇਣ ਛੁਡਾ ਲੈ। ਜਦੋਂ 2-4 ਵਾਰ ਕਿਹਾ, ਕਹਿੰਦੇ ਜਾਓ ਜਮਦੂਤਾਂ ਨੂੰ ਕਹਿ ਦਿਓ ਇਹ ਤੁਹਾਡਾ ਨਹੀਂ ਰਿਹਾ ਹੁਣ। ਮੇਰਾ ਨਾਮ ਲੈ ਕੇ ਕੋਈ ਪੁਕਾਰੇ, ਕੋਈ ਪਾਪੀ ਪੁਕਾਰੇ, ਕੋਈ ਪੁੰਨੀ ਪੁਕਾਰੇ, ਮੇਰਾ ਧਰਮ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਮਗਣ ਆਇਆ ਹੋਇਆਂ ਨੂੰ ਰਾਮਗਣਾ ਨੇ ਉੱਥੇ ਆ ਕੇ ਕਹਿੰਦੇ ਵੀ ਇਹ ਤੁਸੀਂ ਨਹੀਂ ਲਿਆ ਸਕਦੇ। ਉਹਨਾਂ ਨੂੰ ਮਾਰਿਆ, ਚਲੇ ਜਾਓ। ਉਹ ਕਹਿੰਦੇ ਇਹ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ। ਕਹਿੰਦੇ ਕਰਦਾ ਹੋਊਗਾ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਬਸੈ। ਇਹ ਹੁਣ ਨਹੀਂ ਲਿਜਾ ਸਕਦੇ, ਭਗਵਾਨ ਦਾ ਹੁਕਮ ਹੋਇਆ। ਕਹਿੰਦੇ ਜੀ ਠੀਕ ਹੈ, ਜੇ ਰੱਬ ਦਾ ਹੁਕਮ ਹੈ ਅਸੀਂ ਜਾਣੇ, ਮਾਰੋ ਨਾ ਸਾਨੂੰ। ਜਮਦੂਤਾਂ ਨੂੰ ਮਾਰਿਆ ਰਾਮਗਣਾ ਨੇ, ਲਿਖਿਆ ਅਜਾਮਲ ਪਾਪੀ ਜਗ ਜਾਣੇ, ਨਿਮਕ ਮਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੋ ਪੀ ਉਤਰੈ ਪਾਰਾ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਗਤ ਕੋ ਜੋਗੀ ਸਰਵਾਂਛ ਸੋਗਤ ਛਿਨ ਮੈਂ ਪਾਈ। ਇੱਕ ਛਿਨ ਦੇ ਵਿੱਚ ਬਹੁਤੀ ਦੇਰ ਨਹੀਂ ਲੱਗੀ। ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਪਤਤ ਅਜਾਮਲ ਪਾਪ ਕਰ ਜਾਏ, ਕਲਬਤਨੀ ਦੇ ਰਹਿਆ। ਗੁਰ ਤੇ ਬੇਮੁਖ ਹੋਏ ਕੇ, ਪਾਪ ਕਮਾਵੇ ਦੁਰਮਤ ਦਹਿਆ। ਬਿਰਥਾ ਜਨਮ ਗਵਾਇਨ, ਭਵਜਲ ਅੰਦਰ ਫਿਰਦਾ ਬਹਿਆ। ਛੇਪਤ ਜਾਏ ਬੇਸਬਾ, ਪਾਪਾਂ ਦੇ ਫਲ ਇੱਛੇ ਲਹਿਆ। ਪੁੱਤਰੋ ਪੰਨਾ 7ਵਾਂ ਨੌ ਤਰਨੋ ਚਿਤੋ ਮਹਿਆ। ਗੁਰੂ ਦੁਆਰੇ ਜਾਏ ਕੇ, ਗੁਰਮੁਖ ਨੌ ਨਾਰਾਇਣ ਕਹਿਆ। ਅੰਤ ਕਾਲ ਜਮਦੂਤ ਦੇਖ, ਜਮ ਕੋਲੋਂ ਦੇਖ ਕੇ ਨਾ ਪੁੱਤ ਨਾਰਾਇਣ ਬੋਲੇ ਸ਼ਹਿਆ, ਮੇਰੀ ਰੱਖਿਆ ਕਰਦੇ ਪੁੱਤਰ। ਫਿਰ ਨਾਰਾਇਣ ਸ਼ਬਦ। ਜਮਗਣ ਮਾਰੇ ਹਰ ਜਨਾ, ਕੁੱਟਿਆ ਉਹਨਾਂ ਨੂੰ ਆ ਕੇ ਜਮਗਣ, ਤੁਸੀਂ ਨਹੀਂ ਲਿਆ ਸਕਦੇ, ਅਸੀਂ ਲੈ ਕੇ ਜਾਵਾਂਗੇ। ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਡੇਰਾ ਟਹਿਆ। ਮੰਨੈ ਜਮ ਕੇ ਸਾਥ ਨਾ ਜਾਏ, ਜਮਾਂ ਦਾ ਸਾਥੀ ਹੋ ਕੇ ਨਹੀਂ ਜਾਂਦਾ ਹੈ। ਤੋ ਇਸ ਕਰਕੇ ਨਾਮ ਦੀ ਮਹਿਮਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਹੇ ਸਿੱਧੋ ਇਹ ਨਾਮ ਬੜੇ ਬੜੇ ਪਾਪੀਆਂ ਨੂੰ, ਇਸੇ ਕਰਕੇ ਉਹਦਾ ਨਾਮ ਪਤਿਤ ਪਾਵਨ ਹੈ, ਪਵਿੱਤਰ ਕਰ ਦਿੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਭਾਈ ਧਿਆਨ ਰੱਖਣਾ, ਦੇਖੋ ਮੈਨੂੰ ਦੱਸਣਾ ਨਾ ਪਵੇ, ਬਹੁਤ ਵਧੀਆ ਠੀਕ ਤਰੀਕੇ ਦੇ ਨਾਲ, ਕਿਉਂਕਿ ਸਾਰੀ ਜ਼ਿੰਦਗੀ ਦੀ ਮਿਹਨਤ ਹੈ ਭਾਈ ਸਾਹਿਬ ਦੀ। ਜਿੱਥੇ ਵਿਸਰਾਮ ਇਲਾਜ ਉੱਥੇ ਮੈਨੂੰ ਦੱਸਣ ਦੀ ਲੋੜ ਨਹੀਂ ਫਿਰ। ਤੇ ਇਸ ਕਰਕੇ ਕਈ ਵਾਰੀ ਚਲੋ ਨਿਖਾਰਨਾ ਵੀ ਪੈਂਦਾ। ਐਸਾ ਨਾਮ ਇੱਥੇ ਵਿਸਰਾਮ ਦੇ ਕੇ ਨਿਰੰਜਨ ਹੋਏ, ਇਹਨੂੰ ਪਕਾ ਲਓ ਵਿਸਰਾਮਾਂ ਨੂੰ, ਜਿਵੇਂ ਇਹਨਾਂ ਨੇ ਪਕਾਏ। ਹੇ ਸਿੱਧੋ ਨਿਰੰਜਨ ਕਹਿੰਦੇ ਨੇ, ਅੰਜਨ ਨਾਮ ਕਾਲਸ਼ ਦਾ ਹੁੰਦਾ ਹੈ, ਨਿਰ ਨਾਮ ਹੈ ਰਹਿਤ ਦਾ। ਨਿਰਜਮ ਅੰਜਨ ਨਿਰੰਜਨ ਸੁੱਧ ਸਰੂਪ ਦਾ ਵਾਚਕ ਸ਼ਬਦ ਹੈ। ਮਾਇਆ ਰੂਪੀ ਕਾਲਖ ਤੋਂ ਰਹਿਤ ਹੈ ਜਿਹੜਾ ਪ੍ਰਭੂ, ਉਹਦਾ ਨਾਮ ਮੰਨਣ ਦਾ ਮਹਾਤਮ ਐਸਾ ਇਹੋ ਜਿਹਾ ਹੋਏ ਹੁੰਦਾ ਹੈ, ਜਿਹਾ ਜਿਹਾ ਤੁਹਾਨੂੰ ਕਹਿੰਦੇ ਉੱਪਰ ਦੱਸਿਆ। ਐਸਾ ਨਾਮ ਨਿਰੰਜਨ ਹੋਏ।
ਤੇ ਇਹੋ ਜਿਹਾ ਪਰਮੇਸ਼ਰ ਦਾ ਨਾਮ ਹੈ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਇਹੋ ਜਿਹੇ ਨਾਮ ਦੀਆਂ ਇਹ ਬਰਕਤਾਂ ਹੈ। ਪਰਮੇਸ਼ਰ ਦਾ ਨਾਮ ਐਸਾ ਹੈ, ਜੇ ਕੋ ਮਨ ਜਾਣੈ ਮਨ ਕੋਏ। ਜੇ ਕਰ ਕੋ ਦਾ ਅਰਥ ਹੈ ਕੋਈ, ਮਨ ਦੇ ਵਿੱਚ ਮਨ ਜਾਣੈ, ਮੰਨਣਾ ਜਾਣੇ। ਮਨ ਹੈ ਨਾ ਟਿੱਪੀ ਲੱਗੀ ਉੱਤੇ, ਮਨ ਮੰਨਣਾ ਜਾਣੇ, ਮੰਨਣ ਦੀ ਗੱਲ ਚੱਲ ਰਹੀ ਹੈ। ਉਹ ਕੋਈ ਨਿਰੰਜਨ ਦਾ ਰੂਪ ਹੀ ਹੋ ਜਾਂਦਾ ਹੈ। ਜੇ ਕੋਈ ਨਾਮ ਦਾ ਮੰਨਣ ਕਰੇਗਾ, ਮਹਾਂਪੁਰਸ਼ਾਂ ਦਾ, ਤੱਤ ਵੇਦਾਂ ਦਾ, ਗੁਰੂ ਪੀਰਾਂ ਦਾ ਬਚਨ ਮੰਨੇਗਾ, ਅਜਾਮਲ ਦੀ ਤਰ੍ਹਾਂ ਤਰੇਗਾ। ਫਿਰ ਉਹ ਮੰਨਣ ਵਾਲਿਆਂ ਦਾ ਜਿਹੜਾ ਪ੍ਰਯੋਜਨ ਜਾਣਦਾ ਹੈ ਕਿ ਮੰਨਣ ਕਰਕੇ ਕੀ ਹੋ ਜਾਂਦਾ ਹੈ, ਤਰ ਜਾਈਦਾ। ਹੁਣ ਬਾਤ ਮੰਨਣ ਦੀ, ਜਿਹਨੇ ਮੰਨਿਆ ਨਹੀਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਜਿਸ ਲੱਕੜ ਨੇ ਮਿਸਤਰੀ ਦੇ ਰੰਦੇ ਦਾ ਉਹ ਜਿਹੜਾ ਤਰਾਸ਼ਦਾ ਹੈ ਸਹਿਨ ਨਹੀਂ ਕੀਤਾ, ਟੁੱਟ ਗਈ, ਉਸ ਲੱਕੜ ਦਾ ਕੱਖ ਵੀ ਨਹੀਂ ਆ, ਨਾ ਖਿੜਕੀਆਂ ਨਾ ਦਰਵਾਜ਼ੇ, ਕੁਝ ਵੀ ਨਹੀਂ ਬਣਿਆ, ਕਿਉਂਕਿ ਉਹਨੇ ਰੰਦਾ ਨਹੀਂ ਸਹਿਨ ਕੀਤਾ। ਜਿਹੜੇ ਲੋਹੇ ਨੇ ਲੋਹਾਰ ਦੀਆਂ ਸੱਟਾਂ ਨਹੀਂ ਖਾਈਆਂ, ਉਸ ਲੋਹੇ ਦਾ ਕੱਖ ਵੀ ਨਹੀਂ ਬਣਿਆ। ਜਿਹੜੇ ਵਿਦਿਆਰਥੀ ਨੇ ਆਪਣੇ ਅਧਿਆਪਕ ਦੀ ਝਿੜਕਾਂ ਨਹੀਂ ਸਹੀਆਂ, ਉਸ ਵਿਦਿਆਰਥੀ ਦਾ ਕੱਖ ਨਹੀਂ ਬਣਿਆ। ਜਿਹੜੇ ਪੁੱਤਰ ਨੇ ਆਪਣੇ ਮਾਤਾ ਪਿਤਾ ਦੇ ਬਚਨ ਨਹੀਂ ਮੰਨੇ, ਉਸ ਬੱਚੇ ਦਾ ਕੁਝ ਨਹੀਂ ਬਣਿਆ। ਜਿਸ ਪਤਨੀ ਨੇ ਆਪਣੇ ਪਤੀ ਦਾ ਬਚਨ ਨਹੀਂ ਮੰਨਿਆ, ਉਸ ਪਤਨੀ ਦਾ ਕੁਝ ਨਹੀਂ ਬਣਿਆ। ਤੇ ਫਿਰ ਵੀ ਜਿਹੜੇ ਸਿੱਖ ਨੇ ਗੁਰੂ ਦਾ ਬਚਨ ਨਹੀਂ ਮੰਨਿਆ, ਉਹ ਸਿੱਖ ਦਾ ਵੀ ਕੁਝ ਨਹੀਂ ਬਣਿਆ ਤੇ ਨਾ ਬਣੇਗਾ। ਇਸ ਕਰਕੇ ਸੁਣਨੇ ਨੂੰ ਸਫਲਾ ਕਰਨ ਵਾਲੀ ਸ਼ਕਤੀ ਹੈ ਮੰਨਣ, ਮੰਨ ਲੈਣਾ। ਤੇ ਇਸ ਕਰਕੇ ਕਹਿੰਦੇ ਸਿੱਧੋ ਇਹ ਮੰਨਣ ਗਿਆਨ, ਗਿਆਨ ਹੈ ਵੀ ਸਰਵਣ ਗਿਆਨ, ਮੰਨਣ ਗਿਆਨ, ਤੇ ਇਸ ਦੇ ਅੱਗੇ ਫਿਰ ਨਿਧਿਆਸਨ ਗਿਆਨ, ਫਿਰ ਹੈ ਤਤ ਤੋਂ ਪਦ ਦਾ ਸੰਸ਼ੋਧਨ ਦਾ ਗਿਆਨ। ਤੇ ਜਿਨ੍ਹਾਂ ਨੇ ਮੰਨਿਆ ਤੇ ਉਹਨਾਂ ਦੀ ਇਹ ਕਹਾਣੀ ਕਹਿ ਦਿੱਤੀ ਹੈ। ਜੇ ਕੋਈ ਮਨ ਕਰਕੇ ਦੇਖੋ, ਮਨ ਦਾ ਕਦੋਂ ਹੈ ਬੰਦਾ, ਜਦੋਂ ਦਾ ਮਨ ਮੰਨ ਜਾਏ। ਤੁਸੀਂ ਸਰੀਰ ਨੂੰ ਧੱਕੇ ਤੇ ਮਨਾਓ ਨਾ, ਕੋਈ ਉਹ ਬੰਨਿਆ ਰੁੰਨਿਆ ਬੱਧਾ ਚੱਟੀ ਜੋ ਫਰੇ ਨਾ ਗੁਣ ਨਾ ਕਰ, ਕਰਤਾ ਦੇਊਗਾ, ਪਰ ਉਹ ਕਹਿੰਦਾ ਵੀ ਮੇਰਾ ਮਨ ਨਹੀਂ ਮੰਨਿਆ, ਮੈਂ ਤਾਂ ਇੱਕ ਮਜਬੂਰੀ 'ਚ ਕਰਿਆ ਇਹ ਕੰਮ। ਕਾਹਦਾ ਕਰਿਆ? ਨਿਤਨੇਮ ਕੀਤਾ, ਮਨ ਨਹੀਂ ਮੰਨਿਆ, ਉਹੀ ਡਰਦੇ ਮਾਰਿਆਂ ਕਰ ਲਿਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣ ਨੂੰ ਮਨ ਨਹੀਂ ਮੰਨਿਆ, ਕਿਸੇ ਦੀ ਰੀਸ ਕਰਕੇ ਜਾਂ ਕੋਈ ਧੱਕੇ ਤੇ ਲਾਇਆ। ਕਾਹਦਾ ਆਉਣਾ? ਗੁਰੂ ਦੀਆਂ ਖੁਸ਼ੀਆਂ ਤਾਨ, ਜਿਹਨੇ ਬਚਨ ਮੰਨਿਆ ਹੁਣ ਸਭ ਕੁਝ ਮਿਲਿਆ, ਗੁਰਤਾ ਗੱਦੀਆਂ ਮਿਲ ਗਈਆਂ, ਸਾਡੇ ਗੁਰੂਆਂ ਦਾ ਜੀਵਨ ਹੈ। ਤੇ ਜਿਨ੍ਹਾਂ ਨੇ ਬਚਨ ਨਹੀਂ ਮੰਨਿਆ, ਉਹਨਾਂ ਨੇ ਸੰਸਾਰ 'ਚ ਕੋਈ ਤਰੱਕੀ ਨਹੀਂ ਕੀਤੀ, ਚਾਹੇ ਸੰਸਾਰ ਦਾ ਪੱਖ ਹੈ, ਚਾਹੇ ਪਰਮਾਰਥ ਦਾ ਪੱਖ ਹੈ। ਇਸ ਕਰਕੇ ਕਥਾ ਦਾ ਇਹੀ ਨਿਚੋੜ ਹੈ ਕਿ ਗੁਰੂ ਮਹਾਰਾਜ ਦੀ ਜੋ ਅਸੀਂ ਸਿੱਖਿਆ ਪ੍ਰਾਪਤ ਕਰ ਰਹੇ ਹਾਂ, ਇਹ ਮੇਰੇ ਲਈ ਵੀ ਉਨੀ ਹੋ ਜਿੰਨੀ ਤੁਹਾਡੇ ਲਈ ਹੈ। ਸ਼ਬਦ ਗੁਰੂ ਹੈ ਸਾਡਾ ਸਾਰਿਆਂ ਦਾ। ਇਹਦਾ ਮਤਲਬ ਇਹ ਤਾਂ ਨਹੀਂ ਵੀ ਕਥਾ ਕਰਨ ਵਾਲੇ ਦਾ ਉਹਨੂੰ ਇਹ ਅਧਿਕਾਰ ਹੈ ਵੀ ਜਿਹੜੀ ਕਥਾ ਕਹਿ ਰਹੀ ਹੈ ਵੀ ਉਹ ਤੋਂ ਬਾਹਰ ਹੈ। ਜਦੋਂ ਰਾਜੇ ਦਾ ਹੁਕਮ, ਰਾਜੇ ਦਾ ਵਜ਼ੀਰ ਉਹਦਾ ਹੁਕਮ ਲਿਖਿਆ ਹੋਇਆ ਪੜ੍ਹ ਕੇ ਸੁਣਾਉਂਦਾ ਹੈ, ਉਹ ਹੁਕਮ ਵਜ਼ੀਰ ਦੇ ਉੱਤੇ ਵੀ ਲਾਗੂ ਹੁੰਦਾ ਹੈ, ਬਾਕੀ ਪਰਜਾ ਤੇ ਤਾਂ ਹੈ ਹੀ। ਆਪਾਂ ਸਾਰੇ ਗੁਰੂ ਕੇ ਸਿੱਖਾਂ, ਸਿੱਖੀ ਕਮਾਓ। ਜੀਵਨ ਕਦੋਂ ਸਮਾਪਤ ਹੋ ਜਾਣਾ ਹੈ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ। ਇੱਕ ਛਿਨ ਵੀ ਨਹੀਂ ਲੱਗਦੀ, ਬਿਨ ਪੁੱਛਿਆ ਹੀ ਲੈ ਜਾਏ, ਬਿਨਾਂ ਪੁੱਛੀ ਲੈ ਜਾਂਦਾ ਹੈ, ਘਰਦਿਆਂ ਨੂੰ ਪੁੱਛਦਾ ਥੋੜ੍ਹੀ ਆ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਸਿੱਖਿਆ ਨੂੰ ਮਨ ਕਰਕੇ ਮੰਨਣਾ ਕਰੇ, ਕਹਿੰਦੇ ਸਿੱਧੋ ਇਹ ਮੰਨਣ ਦੀ ਵਿਚਾਰ ਹੈ। ਕਹਿੰਦੇ ਮਹਾਰਾਜ ਅਸੀਂ ਮੰਨਣ ਦੀ ਹੋਰ ਵਿਚਾਰ ਵੀ ਸੁਣਨੀ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਉਹ ਵੀ ਸੁਣਾ ਦਿਆਂਗੇ। ਇਸ ਕਰਕੇ ਫਿਰ ਮੰਨਣ ਦੀ ਵਿਚਾਰ ਅੱਗੇ, ਜਿਵੇਂ ਸੁਣਨ ਦੀ 4 ਪੌੜੀਆਂ ਸੀ, ਇਹ ਵੀ 4 ਪੌੜੀਆਂ ਤੱਕ ਇਹੀ ਵਿਚਾਰ ਚੱਲੇਗੀ। ਹੁਣ ਇਹਦਾ ਪੌੜੀ ਦਾ ਮੁੱਖ ਭਾਗ ਸੁਣ ਲਓ। ਸਿਧਾਂਤ ਇਸ ਪੌੜੀ ਦੇ 13ਵੀਂ ਦੇ ਵਿੱਚ, 13ਵੀਂ ਪੌੜੀ ਸੀ। 61 ਅੱਖਰਾਂ ਦੇ ਵਿੱਚ ਜਿਹੜਾ ਬ੍ਰਹਮ ਗਿਆਨ ਕਥਨ ਕੀਤਾ ਮਹਾਰਾਜ ਨੇ, ਮੰਨਣ ਗਿਆਨ, ਤੇ ਉਹਦੇ ਵਿੱਚ ਇਹ ਸੀ ਵੀ ਮੰਨਣ ਕਰਨ ਵਾਲੇ ਜਿਹੜੇ ਨੇ ਉਹ ਬੁੱਧ ਦੇ ਅੰਦਰ ਐਸੀ ਸ਼ਕਤੀ ਪੈਦਾ ਹੋ ਜਾਂਦੀ ਹੈ, ਸੁਰਤ ਗਿਆਤ ਪੈਦਾ ਹੋ ਜਾਂਦੀ ਹੈ ਵਾਹਿਗੁਰੂ ਨੂੰ ਜਾਣਨ ਦੀ। ਸਾਰਿਆਂ ਲੋਕਾਂ ਦੀ ਸੁੱਧ ਖਬਰ ਹੋ ਜਾਂਦੀ ਹੈ। ਜੋ ਕੁਝ ਸੰਸਾਰ ਦੇ ਵਿੱਚ ਵਰਤ ਰਿਹਾ ਹੈ
ਉਹਦਾ ਪਤਾ ਚੱਲ ਜਾਂਦਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅਕੀਤਪੁਰ ਸਾਹਿਬ ਦੇ ਇਲਾਕੇ 'ਚ ਜਾ ਰਹੇ ਸੀ। ਬਹੁਤ ਪੁਰਾਣੇ ਸਮੇਂ ਦੀ ਬਾਤ ਹੈ। 40-45 ਕੇ ਸਿੰਘ ਹੁੰਦੀ ਸੀ, ਮਹਾਂਪੁਰਖਾਂ ਨਾਲ ਬਹੁਤ ਜ਼ਿਆਦਾ ਨਹੀਂ। ਤਾਂ ਉੱਥੇ ਇੱਕ ਮਹਾਤਮਾ ਰਿੱਧੀ ਸਿੱਧੀ ਦਾ ਮਾਲਕ, ਤੇ ਉਹ ਬੈਠੇ ਵਿਚਾਰ, ਉਹ ਕਿਤੇ ਅੰਤਰ ਧਿਆਨ ਹੋ ਕੇ ਨਾ ਇਸ ਤਰ੍ਹਾਂ ਤੇ ਖਿੜਖਿੜ ਕਰਕੇ ਹੱਸ ਪਿਆ। ਸੰਤ ਤਾਂ ਪਹਿਲਾਂ ਬ੍ਰਹਮ ਗਿਆਨੀ ਮਹਾਂਪੁਰਸ਼ ਸੀ, ਇਹ ਸੰਤ ਹੋਰ ਮੱਤ ਦਾ ਸੀ। ਕਹਿੰਦੇ ਸੰਤ ਜੀ ਹੱਸ ਪਿਆ? ਕਹਿੰਦਾ ਜੀ ਬਸ ਉਸ ਤਰ੍ਹਾਂ। ਕਹਿੰਦੇ ਨਹੀਂ ਦੱਸੋ। ਕਹਿੰਦਾ ਜੀ ਇਸ ਵੇਲੇ ਦਿੱਲੀ ਦੇ ਅੰਦਰ ਇੱਕ ਬੇਸਵਾ ਨੱਚਦੀ ਹੈ ਤੇ ਅਚਾਨਕ ਹੀ ਉਹਦਾ ਲੱਕ ਦਾ ਕਮਰ ਕਸਾ ਟੁੱਟ ਗਿਆ। ਕਹਿੰਦਾ ਉਹ ਬੇਪੜਤ ਹੋ ਗਈ। ਕਹਿੰਦਾ ਮੈਂ ਦੇਖ ਕੇ ਹੱਸ ਪਿਆ। ਸੰਤ ਕਹਿੰਦੇ ਲਾਹਣਤ ਹੈ ਤੇਰੀ ਐਸੀ ਰਿੱਧੀ ਸਿੱਧੀ ਨੂੰ, ਸਮਾਧੀਆਂ ਦੇ ਵਿੱਚ ਬੇਸਵਾ ਦੇ ਨਾਚ ਦੇਖਣੇ ਨੇ, ਫਿਰ ਕਾਹਦਾ ਤੂੰ ਸੰਤ ਬਣਿਆ? ਕਿ ਮਹਾਂਪੁਰਖ ਕਹਿੰਦੇ ਸੋਝੀ ਹੋ ਗਈ ਤਾਂ ਕੋਈ ਚੰਗਾ ਕੰਮ ਦੇਖੋ, ਪਰ ਮੰਨਣ ਕਰਨ ਦੇ ਨਾਲ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਤੇ ਇਸ ਕਰਕੇ ਖਬਰ ਹੋ ਜਾਂਦੀ ਹੈ ਜੋ ਕੁਝ ਸੰਸਾਰ 'ਚ ਵਰਤ ਰਿਹਾ ਹੈ। ਪਰ ਚੰਗੀਆਂ ਚੀਜ਼ਾਂ ਦੇਖਦੇ ਨੇ ਆਪਣੀ ਸੁਰਤ ਦੇ ਵਿੱਚ। ਜਿਵੇਂ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਨੂੰ ਸੰਤ ਨੂੰ ਕਿਹਾ, ਨਾਮ ਦਾ ਮੰਨਣ ਕਰਨ ਵਾਲੇ ਗੁਰਮੁਖਾਂ ਦੀਆਂ ਜਿਹੜੀਆਂ ਮੌਤ ਦੀਆਂ, ਜਮਾਂ ਦੀਆਂ, ਦੁਨੀਆ ਦੀਆਂ ਤਰਕਾਂ ਦੀਆਂ ਇਹ ਚੋਟਾਂ ਨਹੀਂ ਖਾਂਦੇ। ਉਹ ਕਾਮ ਕ੍ਰੋਧ ਆਦਿ ਮੋਹ ਦੀਆਂ ਚੋਟਾਂ ਨਹੀਂ ਖਾਂਦੇ। ਮੰਨਣ ਕਰਨ ਵਾਲੇ ਜਮਾਂ ਦੇ ਸਾਥੀ ਹੋ ਕੇ ਜਮਾਂ ਦੇ ਲੋਕ ਨੂੰ ਨਹੀਂ ਜਾਂਦੇ। ਜਿਵੇਂ ਅਜਾਮਲ ਦੀ ਗੱਲ ਸੁਣੀ ਹੈ, ਵਾਹਿਗੁਰੂ ਦਾ ਨਾਮ ਸਰਵਣ ਤੋਂ ਬਾਅਦ ਮੰਨਣ ਕਰਨ ਵਾਲੇ ਉਹਨਾਂ ਨੂੰ ਜਮਾਂ ਤੋਂ ਛੁਡਾ ਕੇ ਰਾਮਗਣ ਬੈਕੁੰਠ ਨੂੰ ਲੈ ਜਾਂਦੇ ਨੇ। ਨਾਮ ਮੰਨਣ ਕਰਨ ਵਾਲੇ ਗੁਰਮੁਖ ਜੰਮਣ ਮਰਨ ਤੋਂ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਨਹੀਂ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਸੋ ਇਸ ਪ੍ਰਕਾਰ ਇਹ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।